ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵੈਲਕਮ ਟੂ ਦੀ ਸਪਿਰਚੁਅਲ ਜਰਨੀ ਦਰਸ਼ਨ ਸਾਗਰ। ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਆ ਤੇ ਆਪ ਜੀ ਜੋ ਪਿਆਰ ਦਿੰਦੇ ਹੋ ਇਸ ਮਹਾਰਾਜ ਜੀ ਦੇ ਚੈਨਲ ਨੂੰ ਬਹੁਤ ਬਹੁਤ ਥੈਂਕ ਯੂ। ਤੇ ਆਪ ਜੀ ਦੇ ਜੋ ਸਵਾਲ ਹੈ ਉਹਨਾਂ ਦੇ ਜਵਾਬ ਮੈਂ ਅਗਲੇ ਐਪੀਸੋਡ 'ਚ ਦਾਂਗਾ। ਤੇ ਅੱਜ ਜੋ ਜਿੱਥੇ ਆਪਾਂ ਪਿਛਲੇ ਵੀਕ ਛੱਡਿਆ ਸੀਗਾ ਮਹਾਰਾਜ ਦੀ ਐਕਟੀਵਿਟੀ ਕਿ 2 ਸਾਲ ਜੋ ਮੈਂ ਇੱਥੇ ਹਜ਼ੂਰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਕੋਲ ਇੱਥੇ ਬਰਮਿੰਘਮ ਗੁਜ਼ਾਰੇ ਤੇ ਜੋ ਦੇਖਿਆ ਉਹ ਐਕਟੀਵਿਟੀ। ਕਹਿੰਦੇ ਨੇ ਕਿ ਹਜ਼ੂਰ ਮਹਾਰਾਜ ਜੀ ਸੰਤ ਵੀ ਸੀ, ਨਾਲ ਸਿਪਾਹੀ ਵੀ ਸੀ, ਨਾਲ ਐਡਮਿਨਿਸਟ੍ਰੇਟਰ ਵੀ ਸੀਗੇ। ਤੇ ਜਿਸ ਤਰ੍ਹਾਂ ਉਹਨਾਂ ਦੀ ਆਪਣੀ ਕੀ ਕਹਿੰਦੇ ਰਚਨਾ 'ਚੋਂ ਹੈ ਕਿ ਸਾਧ ਸੰਗ ਜਿਸ ਹਰ ਹਰ ਧਿਆਇਆ, ਦਰਸ਼ਨ ਅਗੰਮ ਰੂਪ ਜਗ ਮਹੇ ਸਮਾਇਆ। ਉਹਨਾਂ ਦੀ ਰਚਨਾ ਜੋ ਜਸਵੰਤੀ ਨਿਰਾਧਾਰ ਤੇ ਆਪ ਸਭ ਜੀ ਨੇ ਪੜ੍ਹੀ ਹੈ, ਸੁਣੀ ਹੈ, ਦੇਖੀ ਹੈ। ਰਚਨਾ ਜਿਹੜੀ ਮਹਾਰਾਜ ਜੀ ਨੇ ਇੰਡੀਆ ਸ਼ੁਰੂਆਤ ਕੀਤੀ ਸੀਗੀ ਤੇ ਕਾਫੀ ਇੰਡੀਆ 'ਚ ਲਿਖੀ। ਫਿਰ ਇੱਥੇ ਜਿਹੜੇ ਮਹਾਰਾਜ ਜੀ ਦੇ ਲਾਸਟ 3 ਸਾਲ ਸੀ ਉਹਨਾਂ 'ਚ ਮਹਾਰਾਜ ਜੀ ਨੇ ਆਪਣੀ ਬਾਣੀ ਜਸਵੰਤੀ ਨਿਰਾਧਾਰ ਲਿਖੀ ਤੇ ਬਹੁਤ ਸਾਰੀਆਂ ਕਵਾਲੀਆਂ ਲਿਖੀਆਂ ਤੇ ਬਹੁਤ ਸਾਰੇ ਗੀਤ ਵੀ ਲਿਖੇ ਤੇ ਜੋ ਆਪ ਜੀ ਸੁਣਦੇ ਹੋ। ਸੋ ਮਹਾਰਾਜ ਜੀ ਦੀ ਐਕਟੀਵਿਟੀ ਹਜ਼ੂਰ ਮਹਾਰਾਜ ਜੀ 5 ਦਿਨ ਨਹੀਂ 7 ਦਿਨ ਸਤਸੰਗਾਂ ਦੇ ਵਿੱਚ ਬਿਜ਼ੀ ਹੁੰਦੇ ਸੀਗੇ। ਲੰਡਨ ਸਾਈਡ ਤੇ ਮੈਨਚੈਸਟਰ, ਲਿਵਰਪੂਲ, ਜਿੱਥੇ ਜਿੱਥੇ ਸਤਸੰਗ ਹੁੰਦੇ ਸੀ ਉਹ ਆਪਣਾ ਜਾਇਆ ਕਰਦੇ ਸੀਗੇ। ਹਰ ਸੰਗਰਾਂਦ ਦਾ ਜੋ ਸਤਸੰਗ ਹੈ ਉਹ ਬਰਮਿੰਘਮ ਦਰਬਾਰ 'ਚ ਹੋਇਆ ਕਰਦਾ ਸੀਗਾ। ਤੇ ਬਰਮਿੰਘਮ ਦਰਬਾਰ 'ਚ ਜਦੋਂ ਸਤਸੰਗ ਹੁੰਦਾ ਸੀਗਾ ਤੇ ਮਹਾਰਾਜ ਜੀ ਨੂੰ ਕਾਫੀ ਚਾਅ ਹੁੰਦਾ ਸੀ, ਕਿਉਂਕਿ ਜਦੋਂ ਸੰਗਤਾਂ ਨੂੰ ਦੇਖਦੇ ਸੀ ਤਾਂ ਉਹਨਾਂ ਨੂੰ ਬਹੁਤ ਪਿਆਰ ਆਉਂਦਾ ਸੀਗਾ। ਤੇ ਖਾਸ ਕਰਕੇ ਜਦੋਂ ਉਹ ਸੰਗਤਾਂ ਨੂੰ ਦੇਖਦੇ ਸੀਗੇ, ਇੱਕ ਦੂਜੇ ਨਾਲ ਜਦੋਂ ਮਿਲਦੇ ਸੀ, ਜੱਫੀ ਪਾਉਂਦੇ ਸੀ, ਇੱਕ ਦੂਜੇ ਨੂੰ ਨਾਨਕ ਨਾਮ, ਇਸ ਤਰ੍ਹਾਂ ਜਿਸ ਤਰ੍ਹਾਂ ਬੜੀ ਚਿਰਾਂ ਤੋਂ ਵਿਛੜੇ ਹੁੰਦੇ ਕੋਈ ਰਿਸ਼ਤੇਦਾਰ, ਕੋਈ ਭਰਾ, ਕੋਈ ਸੱਜਣ ਮਿਲਦਾ, ਇਸ ਤਰ੍ਹਾਂ ਮਿਲਿਆ ਕਰਦੇ ਸੀ। ਉਸ ਟਾਈਮ 'ਤੇ ਬਰਮਿੰਘਮ ਡੇਰੇ ਦੇ ਵਿੱਚ ਇੱਦਾਂ ਦਾ ਇੱਕ ਮਾਹੌਲ ਸੀਗਾ ਕਿ ਹਰ ਇੱਕ ਨੂੰ ਇੱਕ ਦੇ ਨਾਲ ਪਿਆਰ ਤਾਂਘ ਹੁੰਦੀ ਸੀ। ਜੈਲਸੀ, ਈਰਖਾ ਇਹਦੀ ਕਿਤੇ ਥਾਂ ਹੀ ਨਹੀਂ ਹੁੰਦੀ ਸੀਗੀ। ਤੇ ਸ਼ਾਮ ਨੂੰ ਸਮਝ ਲਓ ਕਿ ਮਹਾਰਾਜ ਜੀ ਇਹ ਲਾ ਲਓ ਕਿ ਧੱਕੇ ਮਾਰ ਕੇ ਕੱਢਣਾ ਤੇ ਕਹਿਣਾ ਚਲੋ ਆਪਣੀਆਂ ਆਪਣੀਆਂ ਕੋਚਾਂ ਲਓ ਤੇ ਚਲੋ। ਉਸ ਟਾਈਮ 'ਤੇ ਇਹ ਦੇਖ ਲਓ ਕਿ ਦਰਬਾਰ ਸਾਹਿਬ ਦੇ ਵਿੱਚ, ਬਰਮਿੰਘਮ ਦਰਬਾਰ ਸਾਹਿਬ 'ਚ 5-7 ਕੋਚਾਂ ਘੱਟੋ ਘੱਟ ਹਰ ਸੰਗਰਾਂਦ 'ਤੇ ਭੰਡਾਰੇ 'ਤੇ ਆਉਂਦੀਆਂ ਸੀਗੀਆਂ ਬਾਹਰੋਂ। ਤੇ ਹੋਲ ਭਰਿਆ ਹੋਇਆ ਹੁੰਦਾ ਸੀਗਾ ਤੇ ਬਾਹਰ ਵੀ ਟੈਂਟ ਲਾਉਣਾ ਪੈਂਦਾ ਸੀਗਾ ਕਿ ਇੰਨੀ ਸੰਗਤ ਹਜ਼ੂਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀ ਸੀ। ਤੇ ਸੰਗਰਾਂਦ ਦੇ ਦਿਹਾੜੇ 'ਤੇ ਮਹਾਰਾਜ ਜੀ ਚਾਅ ਮਲ੍ਹਾਰ ਨਾਲ ਉੱਠਦੇ ਹੁੰਦੇ ਸੀ, ਡੇਰੇ ਆ ਜਾਣਾ, ਹਰ ਇੱਕ ਨੂੰ ਮਿਲਣਾ। ਔਰ ਹਰ ਇੱਕ ਨੂੰ ਇੱਦਾਂ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਮਹਾਰਾਜ ਜੀ ਨਾ ਉਹਦੇ ਨਾਲ ਹੀ ਸਾਰੀਆਂ ਗੱਲਾਂ ਕਰਦੇ ਨੇ, ਦੂਸਰੇ ਨਾਲ ਨਹੀਂ। ਆਪ ਜੀ ਜਿਸ ਨੂੰ ਵੀ ਪੁੱਛ ਲਓ ਉਹ ਇਹੋ ਹੀ ਕਹਿੰਦਾ ਸੀ ਕਿ ਮਹਾਰਾਜ ਜੀ ਨੇ ਮੈਨੂੰ ਇਹ ਕਿਹਾ, ਮਹਾਰਾਜ ਜੀ ਨੇ ਮੈਨੂੰ ਉਹ ਦੱਸਿਆ, ਮਹਾਰਾਜ ਦੇ ਨਾਲ ਮੇਰੀਆਂ ਇਹ ਗੱਲਾਂ ਹੋਈਆਂ। ਜਿਸ ਤਰ੍ਹਾਂ ਕ੍ਰਿਸ਼ਨ ਮਹਾਰਾਜ ਜੀ ਜਦੋਂ ਰਾਸ ਲੀਲਾ ਰਚਾਉਂਦੇ ਸੀ ਜਾਂ ਸਖੀਆਂ ਨਾਲ ਹੁੰਦੇ ਸੀ ਤਾਂ ਹਰ ਸਖੀ ਇਹ ਕਹਿੰਦੀ ਸੀ ਕਿ ਕ੍ਰਿਸ਼ਨ ਤੇ ਮੇਰੇ ਨਾਲ ਸੀ, ਦੂਸਰੇ ਕਹਿੰਦੇ ਕ੍ਰਿਸ਼ਨ ਤੇ ਮੇਰੇ ਨਾਲ ਸੀ, ਕ੍ਰਿਸ਼ਨ ਤੇ ਮੇਰੇ ਨਾਲ ਸੀ। ਸੋ ਉਹ ਉਹਨਾਂ ਦੀਆਂ ਆਤਮਾਵਾਂ ਸੀਗੀਆਂ ਤੇ ਉਹ ਉਹਨਾਂ ਦੇ ਹਰ ਇੱਕ ਦੇ ਨਾਲ ਜਦੋਂ ਆਪਣੇ ਹਿਰਦੇ 'ਚੋਂ ਪਿਆਰ ਨਾਲ ਯਾਦ ਕਰਦੀਆਂ ਸੀ ਤੇ ਕ੍ਰਿਸ਼ਨ ਮਹਾਰਾਜ ਜੀ ਉਹਨਾਂ ਦੇ ਨਾਲ ਹੀ ਹੁੰਦੇ ਸੀ। ਸੇਮ ਸਾਡੇ ਮਹਾਰਾਜ ਦਰਸ਼ਨਦਾਸ ਜੀ, ਮੈਂ ਕੰਪੇਅਰ ਨਹੀਂ ਕਰ ਰਿਹਾ ਉਹਨਾਂ ਦੇ ਨਾਲ, ਪਰ ਇੱਕ ਤੁਹਾਨੂੰ ਸਿਰਫ ਐਗਜ਼ੈਂਪਲ ਦੇ ਰਿਹਾ ਕਿ ਮਹਾਰਾਜ ਜੀ ਨਾਲ ਦੇ ਵੀ ਇਹੋ ਹੀ ਸੀ ਕਿ ਹਰ ਕੋਈ ਬੰਦਾ ਇਹੋ ਹੀ ਕਹਿੰਦਾ ਸੀ ਕਿ ਮਹਾਰਾਜ ਜੀ ਮੇਰੇ ਨਾਲ ਸੀ, ਮਹਾਰਾਜ ਜੀ ਮੇਰੇ ਕੋਲ ਸੀ, ਮਹਾਰਾਜ ਜੀ ਨੇ ਮੈਨੂੰ ਸਭ ਕੁਝ ਦੱਸਿਆ। ਸੋ ਸੰਗਰਾਂਦ ਦਾ ਦਿਹਾੜਾ 10 ਵਜੇ ਬਰਮਿੰਘਮ ਦਰਬਾਰ 'ਚ ਨਿਸ਼ਾਨ ਸਾਹਿਬ ਸਵੇਰੇ ਚੜ੍ਹਦਾ ਸੀ। ਜਿਹੜਾ ਮਹਾਰਾਜ ਜੀ ਨੇ ਨਵਾਂ ਨਿਸ਼ਾਨ ਸਾਹਿਬ ਦਿੱਤਾ, ਜਿਹੜਾ ਕਿ ਕੇਸਰੀ ਨਿਸ਼ਾਨ ਸਾਹਿਬ ਸੀ, ਅਕਤੂਬਰ ਦੇ ਦਿਹਾੜੇ 'ਚ 1987 ਦੇ ਵਿੱਚ ਹਜ਼ੂਰ ਨੇ ਕਿਹਾ ਸੀਗਾ
ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਨਿਸ਼ਾਨ ਸਾਹਿਬ ਸਾਡੇ ਕਿਸੇ ਦਰਬਾਰ 'ਤੇ ਨਹੀਂ ਹੋਏਗਾ। ਸੋ ਮਹਾਰਾਜ ਜੀ ਨੇ ਉਸ ਟਾਈਮ 'ਤੇ 4 ਰੰਗਾਂ ਦਾ ਜੋ ਨਿਸ਼ਾਨ ਸਾਹਿਬ ਸਾਨੂੰ ਦਿੱਤਾ ਕਿ ਆਪ ਜੀ ਨੇ ਅਗਰ ਦੇਖਣਾ ਹੈ ਤਾਂ ਆਪ ਇਸ ਨਿਸ਼ਾਨ ਸਾਹਿਬ ਦੇ ਥੱਲੇ ਮੱਥਾ ਟੇਕੋ ਅਤੇ ਆਪ ਦੀ ਹਰ ਮੁਰਾਦ ਪੂਰੀ ਹੋਏਗੀ ਔਰ ਹੁੰਦੀ ਹੈ। ਸੋ ਉਹ ਨਿਸ਼ਾਨ ਸਾਹਿਬ ਜੀ ਚੜ੍ਹਾਏ ਜਾਂਦੇ ਸੀਗੇ ਅਤੇ ਉਸ ਤੋਂ ਬਾਅਦ 11 ਵਜੇ ਲੰਗਰ ਖੁੱਲ੍ਹ ਜਾਂਦਾ ਸੀ ਸੰਗਤਾਂ ਵਾਸਤੇ ਅਤੇ ਦੂਰੋਂ ਦੂਰੋਂ ਬੱਸਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਅਤੇ ਡੇਰੇ ਦੇ ਵਿੱਚ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਸੀ। ਹਜ਼ੂਰ ਪਹਿਲੋਂ ਹੀ ਆਫਿਸ ਆ ਜਾਂਦੇ ਸੀਗੇ, ਕਿਉਂਕਿ ਜਦੋਂ ਦੂਰੋਂ ਦੂਰੋਂ ਸੰਗਤਾਂ ਆਈਆਂ ਹੁੰਦੀਆਂ ਸੀਗੀਆਂ ਅਤੇ ਉਹਨਾਂ ਕੋਲ ਉੱਦਾਂ ਟਾਈਮ ਹੀ ਨਹੀਂ ਹੁੰਦਾ ਸੀ ਕਦੀ ਮਹਾਰਾਜ ਜੀ ਨੂੰ ਪਰਸਨਲੀ ਮਿਲਣ ਦਾ, ਅਤੇ ਉਸ ਦਿਨ ਇੱਕ ਮੌਕਾ ਹੁੰਦਾ ਸੀ ਕਿ ਮਹਾਰਾਜ ਦੇ ਨਾਲ ਉਹ ਪਰਸਨਲੀ ਰੂਬਰੂ ਗੱਲਬਾਤ ਕਰ ਸਕਦੇ ਸੀ। ਸਵੇਰ ਤੋਂ ਲੈ ਕੇ ਰਾਤ ਤੱਕ ਇਹੋ ਡਿਊਟੀ ਚੱਲਦੀ ਸੀ। ਫਿਰ ਹਜ਼ੂਰ ਕੀ ਕਰਦੇ ਸੀ, ਕੁਛ ਸਤਸੰਗ ਤੋਂ ਪਹਿਲਾਂ ਅਤੇ ਕੁਛ ਸਤਸੰਗ ਤੋਂ ਬਾਅਦ ਜਿਹੜੀਆਂ ਕਮੇਟੀਆਂ ਉਹਨਾਂ ਦੀ ਮੀਟਿੰਗ ਲੈਂਦੇ ਹੁੰਦੇ ਸੀਗੇ। ਹਜ਼ੂਰ ਨੇ ਇੰਗਲੈਂਡ ਦੇ ਵਿੱਚ ਨਾ ਕਿ ਸਿਰਫ ਰੱਬੀ ਪ੍ਰਚਾਰ, ਉਹਦੇ ਨਾਲ ਇੱਕ ਗੁੱਡ ਐਡਮਿਨਿਸਟ੍ਰੇਸ਼ਨ ਵੀ ਕੀਤੀ ਕਿ ਹਰ ਸਿਟੀ ਦੇ ਵਿੱਚ ਹਜ਼ੂਰ ਨੇ ਕਮੇਟੀ ਬਣਾਈ ਸੀਗੀ ਔਰ ਉਹ ਕਮੇਟੀ ਦੀ ਡਿਊਟੀ ਹੁੰਦੀ ਸੀਗੀ ਕਿ ਡੇਰੇ ਹਰ ਵੀਕ ਦੇ ਵਿੱਚ ਇੱਕ ਦਿਨ ਆ ਕੇ ਉਹਨਾਂ ਨੇ ਡਿਊਟੀ ਕਰਨੀ, ਬੰਦਿਆਂ ਨੇ ਇਨਕੁਆਇਰੀ ਜਾਂ ਹੋਰ ਸਫਾਈਆਂ ਕਰਨੀਆਂ ਜਾਂ ਹੋਰ ਡੇਰੇ ਦੇ ਕੰਮ ਦੀ ਡਿਊਟੀ ਕਰਨੀ। ਲੇਡੀਜ਼ ਨੇ ਉਸ ਦਿਨ ਕਿਚਨ ਦੀ ਸੇਵਾ ਕਰਨੀ, ਸਵੇਰੇ ਆ ਜਾਣਾ ਅਤੇ ਰਾਤ ਤੱਕ। ਸੋ ਇਸ ਤਰ੍ਹਾਂ ਡੇਰਾ ਲਗਾਤਾਰ ਜਿਹੜਾ ਕਿ ਉਹ ਚੱਲਦਾ ਸੀਗਾ। ਇਹ ਨਹੀਂ ਕਿ ਇੱਕ ਦੇ ਉੱਪਰ ਹੀ ਬੋਝ ਸੀਗਾ ਕਿ ਉਹ ਜੋ ਕਰੇ, ਕਿਉਂ ਕਿ ਇੰਡੀਆ ਡੇਰੇ ਦਰਬਾਰਾਂ ਵਾਂਗੂ ਇੱਥੇ ਇਹ ਨਹੀਂ ਸੀ ਕਿ ਇੱਥੇ ਫੈਮਲੀਆਂ ਰਹਿੰਦੀਆਂ ਸੀ, ਇੱਥੇ ਕੋਈ ਫੈਮਿਲੀ ਨਹੀਂ ਰਹਿੰਦੀ ਹੁੰਦੀ ਸੀਗੀ। ਸਿਰਫ ਜੋ ਇੱਕ ਦੋ ਸੇਵਾਦਾਰ ਸੀ ਉਹ ਹੀ ਰਹਿੰਦੇ ਸੀਗੇ, ਬਾਕੀ ਸਭ ਆਪਣੇ ਆਪਣੇ ਘਰਾਂ ਨੂੰ ਜਾਂਦੇ ਸੀ। ਇਸ ਗਲੇ ਡਿਊਟੀਆਂ ਵਾਸਤੇ ਹਰ ਰੋਜ਼ ਕਿਸੇ ਕਿਸੇ ਸਿਟੀ 'ਚ ਕਿਸੇ ਕਿਸੇ ਕਮੇਟੀ ਦੀ ਡਿਊਟੀ ਹੁੰਦੀ ਸੀਗੀ। ਫਿਰ ਉਸ ਦਿਨ ਮਹਾਰਾਜ ਜੀ ਕੁਛ ਸਵੇਰੇ ਸਤਸੰਗ ਤੋਂ ਪਹਿਲਾਂ ਕਮੇਟੀ ਨਾਲ ਮੀਟਿੰਗ ਕਰਦੇ ਹੁੰਦੇ ਸੀ। ਇੱਕ ਇੱਕ ਕਮੇਟੀ ਨੂੰ ਆਪਣੇ ਆਫਿਸ ਬੁਲਾ ਕੇ ਉਹਨਾਂ ਨੂੰ ਪੁੱਛਿਆ ਕਰਦੇ ਸੀ ਕੋਈ ਕਮੀ ਪੇਸ਼ੀ ਗਾਂ ਦੇ ਸਤਸੰਗ, ਜਾਂ ਉਹਨਾਂ ਦੀ ਕਮੇਟੀ ਨੇ ਕੋਈ ਵੱਡਾ ਸਤਸੰਗ ਕਰਾਉਣਾ, ਜਾਂ ਉਹਨਾਂ ਦੀ ਕਮੇਟੀ ਨੇ ਚਰਨ ਪਵਾਉਣੇ ਨੇ, ਜਿੱਦਾਂ ਸੇਵਕ ਆਮ ਮਹਾਰਾਜ ਜੀ ਨੂੰ ਚਾਹੁੰਦੇ ਸੀ ਕਿ ਉਹਨਾਂ ਦੇ ਘਰਾਂ 'ਚ ਉਹ ਚਰਨ ਪਾਉਣ। ਉਹ ਫਿਰ ਲਿਸਟ ਬਣਾਈ ਜਾਂਦੀ ਸੀ ਅਤੇ ਇਸ ਤਰ੍ਹਾਂ ਮਹਾਰਾਜ ਜੀ ਹਰ ਕਮੇਟੀ ਦੇ ਨਾਲ ਸੰਗਰਾਂਦ ਵਾਲੇ ਦਿਨ ਮੀਟਿੰਗ ਕਰਦੇ ਸੀਗੇ ਔਰ ਉਹਨਾਂ ਦੇ ਦੁੱਖ ਸੁੱਖ ਸੁਣਦੇ ਹੁੰਦੇ ਸੀ। ਸਤਸੰਗ ਤੋਂ ਬਾਅਦ ਹਜ਼ੂਰ ਹਮੇਸ਼ਾ ਦੀ ਤਰ੍ਹਾਂ ਮੁਸ਼ਾਇਰਾ ਕਰਦੇ ਸੀਗੇ ਅਤੇ ਮੁਸ਼ਾਇਰੇ 'ਚ ਸੰਗਤਾਂ ਫਿਰ ਇੱਕ ਹੋਰ, ਪਰ ਟਾਈਮ ਦੀ ਪਾਬੰਦੀ ਹਜ਼ੂਰ ਮਹਾਰਾਜ ਜੀ ਹਮੇਸ਼ਾ ਰੱਖਦੇ ਸੀ ਕਿ ਉਹ ਟਾਈਮ ਤੋਂ ਪਹਿਲਾਂ ਸਭ ਕੁਝ ਖਤਮ ਕਰ ਦਿੰਦੇ ਸੀ ਅਤੇ ਕੋਚਾਂ ਨੂੰ ਉਸ ਤੋਂ ਪਹਿਲਾਂ ਭੇਜ ਦਿੰਦੇ ਸੀ ਤਾਂ ਕਿ ਉਹ ਟਾਈਮ ਸਿਰ ਆਪਣੇ ਜਿਹੜੇ ਸਿਟੀ ਤੋਂ ਆਏ ਨੇ ਘਰ ਪਹੁੰਚ ਸਕਣ। ਰਾਤ ਨੂੰ ਹਜ਼ੂਰ ਮਹਾਰਾਜ ਜੀ ਦਾ ਹਮੇਸ਼ਾ ਇੱਕ ਅਸੂਲ ਰਿਹਾ ਕਿ ਜਿਹੜੇ 5-7 ਜੋ ਵੀ ਕਲੋਜ਼ ਉਸ ਟਾਈਮ 'ਤੇ ਹੁੰਦੇ ਸੀ ਡਿਊਟੀ ਕਰਦੇ ਸੇਵਾਦਾਰ, ਉਸ ਤੋਂ ਬਾਅਦ ਹਜ਼ੂਰ ਉਹਨਾਂ ਦੇ ਨਾਲ ਹੀ ਬੈਠਦੇ ਸੀਗੇ। ਫਿਰ ਉਸ ਤੋਂ ਬਾਅਦ ਉਹ ਕਿਸੇ ਨੂੰ ਨਹੀਂ ਮਿਲਦੇ ਸੀਗੇ, ਕੋਈ ਬਾਬਾ ਸਵਾਨ ਜਾਂ ਕੋਈ ਸੈਕਟਰੀ ਜਾਂ ਕੋਈ ਹੋਰ, ਮੀਨਸ ਉਸ ਤੋਂ ਬਾਅਦ ਆਫਿਸ ਦਾ ਕੋਈ ਕੰਮ ਨਹੀਂ। ਫਿਰ ਬੈਠ ਕੇ ਗੱਲਾਂ ਕਰਨੀਆਂ ਅਤੇ ਮਹਾਰਾਜ ਜੀ ਨੇ ਆਪਣੀ ਦਸਤਾਰ ਜਿਹੜੀ ਹੈ ਖੋਲ੍ਹ ਲੈਣੀ ਅਤੇ ਫਿਰ ਪੁੱਠੀ ਲਵੇਟ ਲੈਣੀ, ਅਤੇ ਇਸ ਕਰਕੇ ਉਸ ਤੋਂ ਬਾਅਦ ਮਹਾਰਾਜ ਜੀ ਕਿਸੇ ਨੂੰ ਨਹੀਂ ਮਿਲਦੇ ਹੁੰਦੇ ਸੀਗੇ। ਫਿਰ ਰਾਤ ਜਿਹੜਾ ਸਮਾਂ ਹੁੰਦਾ ਸੀ ਉਹ ਉਸੇ ਟਾਈਮ 'ਤੇ, ਜਿਸ ਤਰ੍ਹਾਂ ਮਹਾਰਾਜ ਜੀ ਨੇ ਕਿ ਸੌਣ ਦਾ ਟਾਈਮ ਉਹਨਾਂ ਦਾ ਅਰਲੀ ਮੋਰਨਿੰਗ ਹੁੰਦਾ ਸੀ, ਮਹਾਰਾਜ ਜੀ ਕਦੀ ਰਾਤੀ ਸੁੱਤੇ ਨਹੀਂ ਸੀਗੇ। ਫਿਰ ਡੇਰਾ ਸਾਹਿਬ ਤੋਂ ਮਹਾਰਾਜ ਜੀ ਨੇ 190 ਆਪਣੇ ਨਿਵਾਸ ਸਥਾਨ 'ਤੇ ਚਲੇ ਜਾਣਾ, ਅਸੀਂ ਸਾਰਿਆਂ ਨੇ ਫਿਰ ਉੱਥੇ ਉਹਨਾਂ ਨਾਲ ਚਲ ਜਾਣਾ। ਉੱਥੇ ਫਿਰ ਸਵੇਰ ਤੱਕ ਜਦ ਤੱਕ ਹਜ਼ੂਰ ਮਹਾਰਾਜ ਜੀ ਚਾਹੁੰਦੇ ਸੀਗੇ ਤਦ ਤੱਕ ਉਹਨਾਂ ਉੱਥੇ ਬੈਠਣਾ, ਹੱਸਣਾ, ਰੱਬ ਦੀਆਂ ਗੱਲਾਂ ਕਰਨੀਆਂ, ਕੁਛ ਜੱਗ ਦੀਆਂ ਗੱਲਾਂ ਕਰਨੀਆਂ। ਅਤੇ ਹਜ਼ੂਰ ਨੂੰ ਪਤਾ ਸੀਗਾ ਕਿ ਇਹ ਬੱਚੇ ਇਹ ਸੰਸਾਰੀ ਨੇ ਜ਼ਿਆਦਾ, ਠੀਕ ਆ, ਉਹਨਾਂ ਨਾਲ ਰਹਿ ਕੇ ਅਤੇ ਤਮਾ ਮਾਰਨ ਦੀ ਕੋਸ਼ਿਸ਼ ਕਰੀਦੀ ਸੀਗੀ, ਪਰ ਉਹਨੂੰ ਪਤਾ ਸੀ ਕਿ ਇਹਨਾਂ ਨੇ ਟੈਲੀਵਿਜ਼ਨ ਦੇਖਣਾ, ਫਿਰ ਕੋਈ ਟੈਲੀਵਿਜ਼ਨ 'ਤੇ ਲਾ ਲੈਣਾ, ਕੁਛ ਹਾਸੇ ਵਾਲੀ ਫਿਲਮ ਲਾ ਲੈਣੀ ਅਤੇ ਅਸੀਂ ਉਹ ਦੇਖਦੇ ਰਹਿਣਾ। ਹਜ਼ੂਰ ਨੇ ਅੱਖਾਂ ਬੰਦ ਕਰਕੇ ਲੇਟ ਜਾਣਾ। ਸੋ
ਕਿੰਨਾ ਖਿਆਲ ਰੱਖਦੇ ਸੀ ਆਪਣੇ ਨਾਲਦਿਆਂ ਦਾ। ਇਹ ਨਹੀਂ ਕਿ 24 ਘੰਟੇ ਅੱਠੋਂ ਪੈਰ ਕੀਰਤਨ ਸੁਣੋ, ਸਤਸੰਗ ਸੁਣੋ, ਬਸ ਨਹੀਂ। ਉਹ ਕਹਿੰਦੇ ਹਰ ਚੀਜ਼ ਉਹਨੇ ਕਿ ਖਾਣੀ ਚਾਹੀਦੀ ਹੈ ਜਿੰਨੀ ਹਜਮ ਹੋ ਜੇ। ਫਿਰ ਹਜ਼ੂਰ ਨੇ ਕਹਿਣਾ ਕਿ ਠੀਕ ਆ, ਹੁਣ ਤੁਸੀਂ ਚਲੇ ਜਾਓ। ਅਤੇ ਉਹਨਾਂ ਨੇ ਆਪਣਾ, ਉਹਨਾਂ ਦੇ ਬੈੱਡ ਦੇ ਸਿਰਹਾਣੇ ਇੱਕ ਟੇਬਲ ਕਾਰਡ ਹੁੰਦਾ ਸੀਗਾ, ਜਿਹਦੇ 'ਚ ਉਹਨਾਂ ਨੇ ਹਮੇਸ਼ਾ ਕਵਾਲੀਆਂ ਲਗਾਈਆਂ ਹੁੰਦੀਆਂ ਸੀਗੀਆਂ, ਉਸਤਾਦ ਨੁਸਰਤ ਫਤਿਹ ਅਲੀ ਖਾਨ ਜੀ ਦੀਆਂ। ਉਹ ਸੁਣਦੇ ਹੁੰਦੇ ਸੀ, ਉਹ ਲੱਗੀਆਂ ਰਹਿੰਦੀਆਂ ਸੀ। ਜਾਂ ਫਿਰ ਉਹਨਾਂ ਦਾ ਆਪਣਾ ਮੁਸ਼ਾਇਰਾ, ਇਹ ਸੁਣਦੇ ਸੀ, ਹੋਰ ਮਹਾਰਾਜ ਜੀ ਕੁਝ ਨਹੀਂ ਸੁਣਦੇ ਸੀ। ਮੈਨੂੰ ਵੀ ਡਿਊਟੀ ਮਿਲੀ ਸੀ ਡੇਰੇ 'ਚ ਸਟੋਰ ਦੀ, ਜਿੱਥੇ ਕਿ ਸਾਰੇ ਟੇਪਾਂ ਕੈਸਟਾਂ ਸਟੋਰ ਹੁੰਦੀਆਂ ਸੀ, ਸਾਰੀਆਂ ਫੋਟੋ ਰਿਲੀਜ਼ ਹੁੰਦੀਆਂ ਸੀਗੀਆਂ। ਬਾਬਾ ਕਰਨੈਲ ਸਿੰਘ ਜੀ ਦੇ ਬ੍ਰਦਰ ਕੇਸੀ ਸਿੰਘ ਸੀਗੇ, ਉਹਨਾਂ ਦੇ ਨਾਲ ਅਸੀਂ ਦੋਨੇ ਸਟੋਰ ਦੀ ਡਿਊਟੀ ਵੀ ਕਰਦੇ ਸੀਗੇ। ਅਤੇ ਸਾਰਾ ਡੇਰੇ ਦਾ ਜਿੰਨਾ ਵੀ ਡੇਰੇ ਦੇ ਵਿੱਚ ਸਮਾਨ ਸੀ, ਇੱਕ ਇੱਕ ਫੋਟੋ ਤੋਂ ਲੈ ਕੇ ਚਿਮਚੇ, ਗਲਾਸ, ਕੋਲੀਆਂ, ਫੋਟੋਆਂ ਈਵਨ ਕਿ ਜਿਹੜੀਆਂ ਡੇਰੇ 'ਚ ਸਾਰੀਆਂ ਲੱਗੀਆਂ ਹੋਈਆਂ, ਉਹ ਹਰ ਇੱਕ ਦਾ ਇੱਕ ਰੈਕੋਰਡ ਬਣਾਇਆ ਹੁੰਦਾ ਸੀਗਾ ਕਿ ਆਫਿਸ ਦੇ ਵਿੱਚ ਮਹਾਰਾਜ ਦੇ ਕਿੰਨੀਆਂ ਫੋਟੋਆਂ ਲੱਗੀਆਂ ਅਤੇ ਉਹਨਾਂ ਦਾ ਨਾਂ। ਹਜ਼ੂਰ ਨੇ ਸਭ ਫੋਟੋਆਂ ਦਾ ਨਾਮ ਰੱਖਿਆ ਸੀਗਾ, ਜਿੰਨੀਆਂ ਵੀ ਫੋਟੋਆਂ ਰਿਲੀਜ਼ ਹੁੰਦੀਆਂ ਸੀ ਉਹਨਾਂ ਦਾ ਨਾਂ ਰੱਖਿਆ ਹੋਇਆ ਸੀ। ਉਸ ਨਾਂ ਲਿਖ ਕੇ ਉਹ ਫੋਟੋ ਲਿਖੀ ਜਾਂਦੀ ਸੀ। ਫਿਰ ਮਹਾਰਾਜ ਜੀ ਦੇ ਆਫਿਸ 'ਚ ਕਿੰਨੀਆਂ ਚੇਅਰਾਂ ਵਾ, ਕਿੰਨੇ ਟੇਬਲ ਹੈ, ਹਰ ਚੀਜ਼ ਲਿਖੀ ਜਾਂਦੀ ਸੀ। ਕਿਚਨ ਘਰ ਦੇ ਵਿੱਚ ਕਿੰਨੇ ਭਾਂਡੇ ਹੈ, ਕਿੰਨੇ ਗਲਾਸ ਹੈ, ਹਰ ਚੀਜ਼ ਕਿਚਨ ਘਰ ਦੇ ਥੱਲੇ ਲਿਖੀ ਜਾਂਦੀ ਸੀ। ਫਿਰ ਹਾਲ ਦੇ ਵਿੱਚ ਕਿੰਨੀਆਂ ਫੋਟੋਆਂ ਲੱਗੀਆਂ ਹੋਈਆਂ, ਗੱਦੀ ਦੇ ਕਿੰਨੇ ਵਿਛਾਉਣੀਆਂ, ਇੱਕ ਇੱਕ ਚੀਜ਼ ਦਾ ਰਿਕਾਰਡ ਸੀ। ਤੇ ਇਹ ਹਜ਼ੂਰ ਮਹਾਰਾਜ ਦਰਸ਼ਨ ਦਾਸ ਦੀ ਵਿਜ਼ਨ ਤੁਸੀਂ ਦੇਖ ਸਕਦੇ ਹੋ। ਔਰ ਉਹ ਸਾਰਾ ਹਰ ਮਹੀਨੇ ਬਾਅਦ ਚੈੱਕ ਕੀਤੀ ਜਾਂਦੀ ਸੀ, ਭਾਂਡੇ ਸਾਰੇ ਚੈੱਕ ਕੀਤੇ ਜਾਂਦੇ ਸੀ, ਗਿਣੇ ਜਾਂਦੇ ਸੀਗੇ। ਉਸ ਤੋਂ ਬਾਅਦ ਜਦੋਂ ਸੰਗਰਾਂਦ ਹੋ ਜਾਂਦੀ ਸੀ, ਫਿਰ ਦੂਸਰੇ ਦਿਨ ਹਜ਼ੂਰ ਮਹਾਰਾਜ ਜੀ ਆਪਣਾ, ਜਦੋਂ ਕੀ ਕਹਿੰਦੇ ਆ ਕਿ ਮਹੀਨਾ ਹੋ ਗਿਆ, ਮੰਥਲੀ ਹੋ ਗਈ, ਅਤੇ ਮਹਾਰਾਜ ਜੀ ਬਹੁਤ ਘਰਾਂ 'ਚ, ਇੰਡੀਆ ਵੀ ਅਤੇ ਇੱਥੇ ਵੀ ਬਹੁਤ ਫੈਮਲੀਆਂ ਦੀ ਹੈਲਪ ਕਰਿਆ ਕਰਦੇ ਸੀ। ਕਈ ਆਉਂਦੇ ਸੀ, ਕਈ ਨਹੀਂ ਆਉਂਦੇ ਸੀਗੇ। ਮਹਾਰਾਜ ਜੀ ਉਹਨਾਂ ਦੇ ਘਰਾਂ 'ਚ ਪੈਸੇ ਪਹੁੰਚਾਇਆ ਕਰਦੇ ਸੀ। ਔਰ ਮਹਾਰਾਜ ਜੀ ਨੇ ਇਹ ਕਦੀ ਨਹੀਂ ਕੀਤਾ ਸੀ ਕਿ ਉਹਨਾਂ ਨੂੰ ਅੰਬੈਰਸ ਕਰਨ ਵਾਸਤੇ ਕਿ ਮੈਨੂੰ ਭੇਜ ਦਿੱਤਾ ਜਾਂ ਕਿਸੇ ਨੂੰ ਭੇਜ ਦਿੱਤਾ, ਨਹੀਂ। ਮਹਾਰਾਜ ਜੀ ਖੁਦ ਟਾਈਮ ਕੱਢ ਕੇ, ਟਾਈਮ ਬਣਾ ਕੇ ਆਪਣੇ ਆਪ ਉਹਨਾਂ ਦੇ ਚਲੇ ਜਾਂਦੇ ਸੀਗੇ। ਔਰ ਆਪ ਹੀ ਇਕੱਲੇ ਅੰਦਰ ਜਾਂਦੇ ਸੀ ਅਤੇ ਲਿਫਾਫੇ 'ਚ ਪੈਸੇ ਪਾਏ ਹੁੰਦੇ ਸੀ ਅਤੇ ਜਾ ਕੇ ਦੇ ਦਿੰਦੇ ਸੀਗੇ। ਇੱਥੇ ਬਹੁਤ ਘਰਾਂ ਨੂੰ ਉਹਨਾਂ ਨੇ ਮੰਥਲੀ ਹੈਲਪ ਕੀਤੀ। ਦੂਸਰਾ, ਜਿਨ੍ਹਾਂ ਕੋਲ ਘਰ ਨਹੀਂ ਸੀ ਉਹਨਾਂ ਨੂੰ ਘਰ ਲੈ ਕੇ ਦਿੱਤੇ, ਜਿਨ੍ਹਾਂ ਕੋਲ ਗੱਡੀਆਂ ਨਹੀਂ ਸੀ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ। ਅਤੇ ਅੱਜ ਦਾਸ ਜਿੱਥੇ ਬੈਠਾ, ਇਹ ਵੀ ਉਹਨਾਂ ਦੀ ਦੇਣ ਹੈ। ਉਹਨਾਂ ਦਾ ਖਿਆਲ ਇੱਕ ਇੱਕ ਬੰਦੇ 'ਤੇ ਸੀਗਾ, ਇਹ ਨਹੀਂ ਕਿ ਭੁੱਲ ਗਿਆ। ਇੰਡੀਆ 'ਚ ਜਿਹੜੀਆਂ ਫੈਮਲੀਆਂ ਨੂੰ, ਪਰਿਵਾਰਾਂ ਨੂੰ ਮਹਾਰਾਜ ਜੀ ਨੇ ਵਾਅਦਾ ਕੀਤਾ ਸੀ, ਉੱਥੇ ਮੰਥਲੀ ਉੱਥੇ ਇੰਡੀਆ 'ਚ ਪਹੁੰਚਦੀ ਹੁੰਦੀ ਸੀ। ਫਿਰ ਡੇਰੇ ਦੇ ਸਾਰੇ ਖਰਚੇ, ਬਿੱਲ ਜਿਹੜੇ ਦੇਣੇ ਆ, ਉਹ ਸਾਰੇ ਮਹਾਰਾਜ ਜੀ ਦਿਆ ਕਰਦੇ ਸੀ। ਜਦੋਂ ਇੱਕ ਵਾਰੀ ਉਹਨਾਂ ਕਹਿ ਦਿੱਤਾ ਕਿ ਅਸੀਂ ਤੇਰੇ ਹਾਂ, ਅਤੇ ਉਹ ਕਦੀ ਵੀ ਪਿੱਛੇ ਨਹੀਂ ਹਟਦੇ ਸੀ, ਚਾਹੇ ਉਹ ਆਪ ਬੰਦਾ ਪਿੱਛੇ ਹਟ ਜੇ। ਅਸੀਂ ਤਾਂ ਇਹ ਸੋਚਦੇ ਕਿਸੇ ਵੇਲੇ ਕਿ ਵੀ ਮੇਰਾ ਹੁਣ ਉਹਦੇ ਨਾਲ ਕੋਈ ਮਤਲਬ ਨਹੀਂ, ਉਹ ਮੈਨੂੰ ਮਿਲਦਾ ਨਹੀਂ, ਅਤੇ ਹੁਣ ਗਾਂ ਤੋਂ ਮੇਰਾ ਉਹਦਾ ਕੋਈ ਲੇਖਾ ਨਹੀਂ। ਜੇ ਉਹਨੂੰ ਕੋਈ ਕੰਮ ਵੀ ਪੈ ਗਿਆ ਅਤੇ ਮੈਂ ਉਹਦਾ ਕੰਮ ਨਹੀਂ ਕਰਨਾ, ਕਿਉਂਕਿ ਉਹ ਮੇਰੇ ਨਾਲ ਮਿਲਦਾ ਨਹੀਂ, ਉਹ ਮੇਰੇ ਡੇਰੇ ਨਹੀਂ ਆਉਂਦਾ ਜਾਂ ਮੇਰੇ ਕੋਲ ਨਹੀਂ ਆਉਂਦਾ, ਮੇਰੇ ਘਰ ਨਹੀਂ ਆਉਂਦਾ। ਪਰ ਮਹਾਰਾਜ ਜੀ ਇੱਦਾਂ ਨਹੀਂ ਕਹਿਆ ਕਰਦੇ ਸੀ। ਉਹ ਕਹਿੰਦੇ ਇੱਕ ਵਾਰੀ ਤੁਹਾਡੀ ਬਾਂਹ ਫੜ ਲਈ ਹੈ, ਤੁਸੀਂ ਫਾਸਲਾ ਪਾ ਲਓ, ਪਰ ਅਸੀਂ ਫਾਸਲਾ ਨਹੀਂ ਪਾਵਾਂਗੇ। ਇੱਕ ਵਾਰੀ ਦੀ ਗੱਲ ਹੈ ਕਿ ਬਲਵਿੰਦਰ ਭਾਜੀ ਦਾਸ, ਬਲਵਿੰਦਰ ਸਿੰਘ ਜੀ, ਜੋ ਕਿ ਪਹਿਲੇ ਹਜ਼ੂਰੀ ਰਾਗੀ ਮਹਾਰਾਜ ਜੀ ਨੇ ਬਣਾਏ, ਦਾਸ ਕੋਮਲ ਜੀ ਅਤੇ ਦਾਸ ਬਲਵਿੰਦਰ ਜੀ, ਉਹ ਇੱਥੇ ਇੰਗਲੈਂਡ ਰਿਹਾ ਕਰਦੇ ਸੀ। ਅਤੇ ਕੁਛ ਮਨ ਮਟਾਪ ਮਹਾਰਾਜ ਜੀ ਨਾਲ ਹੋ ਗਿਆ ਅਤੇ ਡੇਰੇ ਕੀਰਤਨ ਨਹੀਂ ਕਰਦੇ ਸੀ ਅਤੇ ਘੱਟ ਆਇਆ ਜਾਇਆ ਕਰਦੇ ਸੀਗੇ, ਪਰ ਮੇਰੇ ਕੋਲ ਆ ਜਾਂਦੇ ਸੀ। ਇੱਕ ਦਿਨ ਕੀ ਹੋਇਆ ਕਿ ਮੈਂ ਡੇਰੇ ਸੀ ਉੱਪਰ ਮਹਾਰਾਜ ਜੀ ਕੋਲ, ਅਤੇ ਮਹਾਰਾਜ ਜੀ ਸਾਰੇ ਪੈਸੇ ਗਿਣ ਰਹੇ ਸੀ ਅਤੇ ਰੱਖ ਰਹੇ ਸੀ ਵੱਖਰੇ ਵੱਖਰੇ ਬਿੱਲ, ਕਿਹਦੇ ਕਿਹੜੇ ਦੇਣੇ ਆ, ਕਿਹਦੇ ਕਿਹਦੇ ਪੇ ਕਰਨੇ ਆ, ਅਤੇ ਸਾਰਾ ਪੈਸੇ ਇੱਦਾਂ ਟੇਬਲ 'ਤੇ ਰੱਖੇ ਹੋਏ ਸੀ।
ਮੈਨੂੰ ਕੋਈ ਘਰੋਂ ਚੀਜ਼ ਲੈਣ ਵਾਸਤੇ ਆਉਣਾ ਪਿਆ। ਮੈਂ ਘਰ ਆ ਗਿਆ। ਜਦੋਂ ਮੈਂ ਘਰ ਆ ਗਿਆ ਥੋੜ੍ਹੀ ਦੇਰ ਬਾਅਦ ਹੀ ਡੋਰ ਖੜਕੀ ਅਤੇ ਮਹਾਰਾਜ ਬਲਵਿੰਦਰ ਭਾਜੀ ਆ ਗਏ ਅਤੇ ਮੈਂ ਕਿਹਾ ਆ ਜਾਓ ਭਾਜੀ। ਅੰਦਰ ਆ ਗਏ ਅਤੇ ਮੈਨੂੰ ਕਹਿੰਦੇ ਕਿ ਮਹਾਰਾਜ ਜੀ ਨੂੰ ਕਹੋ ਮੈਨੂੰ ਪੈਸੇ ਚਾਹੀਦੇ। ਮੈਂ ਕਿਹਾ ਤੁਸੀਂ ਆਪ ਅੰਦਰ ਆ ਜਾਓ, ਆਪ ਜਾ ਕੇ ਮਹਾਰਾਜ ਜੀ ਨੂੰ ਮੰਗ ਲਓ। ਕਹਿੰਦੇ ਮੈਂ ਨਹੀਂ ਜਾਣਾ, ਤੂੰ ਜਾ। ਉਹ ਮੇਰੇ ਘਰ ਬੈਠ ਗਏ ਅਤੇ ਮੈਂ ਡੇਰੇ ਚਲੇ ਗਿਆ। ਡੇਰੇ ਉੱਪਰ ਆਫਿਸ 'ਚ ਜਿੱਥੇ ਮਹਾਰਾਜ ਜੀ ਬੈਠੇ ਸੀ, ਮੈਂ ਕਿਹਾ ਮਹਾਰਾਜ ਜੀ ਦੇਖੋ, ਕਹਿੰਦੇ ਨੇ ਕਿ ਜਾਨੀ ਜਾਨ ਦਿਲਾਂ ਦੀਆਂ ਜਾਣਦੇ ਨੇ। ਮੈਂ ਕਿਹਾ ਮਹਾਰਾਜ ਜੀ। ਕਹਿੰਦੇ ਹਾਂ। ਕਹਿੰਦੇ ਕਿਉਂ, ਭਾਈ ਸਾਹਿਬ ਆਏ ਹੈ? ਮੈਂ ਕਿਹਾ ਹਾਂਜੀ। ਅੱਛਾ। ਕਹਿੰਦੇ ਕੀ ਕਹਿੰਦਾ? ਮੈਂ ਕਿਹਾ ਜੀ, ਕਹਿੰਦੇ ਪੈਸੇ ਚਾਹੀਦੇ। ਕਹਿੰਦੇ ਅੱਛਾ, ਕਿੰਨੇ? ਮੈਂ ਕਿਹਾ ਜੀ, ਉਹ ਕਹਿੰਦੇ 800 ਪਾਉਂਡ ਮੈਨੂੰ ਚਾਹੀਦਾ। ਕਹਿੰਦੇ ਅੱਛਾ। ਮਹਾਰਾਜ ਨੇ ਇੱਦਾਂ ਪੈਸੇ ਜਿਹੜੇ ਵੱਖਰੇ ਵੱਖਰੇ ਬਿੱਲਾਂ ਵਾਸਤੇ ਰੱਖੇ ਹੋਏ ਸੀਗੇ ਜਾਂ ਕਿਸੇ ਨੂੰ ਦੇਣ ਵਾਸਤੇ, ਮਹਾਰਾਜ ਨੇ ਸਾਰੇ ਪੈਸੇ ਇਕੱਠੇ ਕੀਤੇ। ਮੈਨੂੰ ਕਹਿੰਦੇ ਆਲਾ ਫੜ, ਦੇ ਦੇ ਉਹਨੂੰ। ਚਲੋ, ਮੈਂ ਉਹ ਪੈਸੇ ਲਏ, ਮੈਂ ਆ ਗਿਆ, ਉਹਨਾਂ ਨੂੰ ਦੇ ਦਿੱਤੇ, ਉਹ ਲੈ ਕੇ ਚਲੇ ਗਏ। ਮੈਂ ਇਹ ਦੇਖਦਾ ਰਿਹਾ ਕਿ ਬਿੱਲ ਭਰਨੇ ਹੈ, ਸਾਰੇ ਮਹਾਰਾਜ ਨੇ ਵੱਖਰੇ ਵੱਖਰੇ ਪੈਸੇ ਕੀਤੇ ਹੈ, ਉਹ ਆਉਂਦੇ ਵੀ ਨਹੀਂ, ਕੀਰਤਨ ਵੀ ਨਹੀਂ ਕਰਦੇ। ਮੇਰੇ ਮਨ ਦੀ ਸ਼ੰਕ। ਪਰ ਦੇਖ ਲਓ ਹਜ਼ੂਰ ਨੇ ਉਹਨਾਂ 1 ਮਿੰਟ ਨਹੀਂ ਕਿਹਾ, ਔਰ ਮੇਰੇ ਜਾਣ 'ਤੇ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ। ਕਹਿੰਦੇ ਕਿ ਭਾਈ ਸਾਹਿਬ ਆਏ ਆ। ਸੰਤ ਮਹਾਤਮਾ ਜਾਂ ਜਾਦੂਗਰ ਬੜੇ ਹੈਗੇ ਹੈ ਇਸ ਦੁਨੀਆ 'ਚ, ਜਿਹੜੇ ਕਈ ਕੁਛ ਕਰ ਦਿੰਦੇ ਆ, ਹੱਥ 'ਚ ਕੁਛ ਵੀ ਤੁਹਾਨੂੰ ਕਬੂਤਰ ਦਿਖਾ ਦਿੰਦੇ ਆ, ਕੁਛ ਵੀ ਕਰ ਦਿੰਦੇ, ਪਰ ਉਹ ਕਿਸੇ ਦੇ ਅੰਦਰ ਦੀ ਨਹੀਂ ਜਾਣਦੇ, ਸਾਹਮਣੇ ਵਾਲੇ ਬੈਠੇ ਦੇ ਅੰਦਰ ਦੀ ਨਹੀਂ ਜਾਣਦੇ। ਇਹ ਪੂਰਨ ਪੁਰਖ ਹੀ ਜਾਣਦੇ ਆ। ਇਹ ਫਰਕ ਹੈ ਕਿ ਪੂਰਨ ਪੁਰਖ ਤੁਹਾਡੇ ਅੰਦਰ ਦੀ, ਸਾਡੇ ਅੰਦਰ ਦੀ ਜਾਣਦਾ ਕਿ ਸਾਡੇ ਅੰਦਰ ਕੀ ਚੱਲ ਰਿਹਾ। ਸੋ ਉਹਨਾਂ ਨੂੰ ਸਭ ਦਾ ਪਤਾ ਹੁੰਦਾ ਕਿ ਇਹਨਾਂ ਦੇ ਅੰਦਰ ਕੀ ਚੱਲ ਰਿਹਾ, ਹੁਣ ਤੇ ਅੱਗੇ ਵੀ। ਸੋ ਇਹ ਹੈ ਹਜ਼ੂਰ ਮਹਾਰਾਜ ਜੀ। ਉਸ ਤੋਂ ਬਾਅਦ ਸੰਗਰਾਂਦ ਜਦੋਂ ਭੁੱਗ ਜਾਂਦੀ ਸੀਗੀ ਅਤੇ ਹਜ਼ੂਰ ਮਹਾਰਾਜ ਜੀ ਕੀ ਕਹਿੰਦੇ ਆ ਕਿ ਜਿਸ ਤਰ੍ਹਾਂ ਹੀ ਸੰਗਤਾਂ ਵੱਲੋਂ ਮਾਇਆ ਆਉਂਦੀ ਸੀਗੀ, ਉਹ ਸਾਰਿਆਂ ਨੂੰ ਵੰਡ ਦਿੰਦੇ ਸੀ। ਫਿਰ ਸੰਗਤਾਂ ਵੱਲੋਂ ਕਾਫੀ ਤੋਹਫੇ ਆਉਂਦੇ ਸੀ। ਤੋਹਫੇ ਮੀਨਸ ਕਿ ਜਿੱਥੇ ਕਦੇ ਚਰਨ ਪਾਏ, ਕਿਸੇ ਨੇ ਮਹਾਰਾਜ ਜੀ ਨੂੰ ਸੂਟ ਦਿੱਤਾ, ਕਿਸੇ ਨੇ ਜੈਕਟ ਦਿੱਤੀ ਪਿਆਰ ਨਾਲ, ਕਿਸੇ ਨੇ ਮਹਾਰਾਜ ਨੂੰ ਜੰਪਰ ਦਿੱਤਾ। ਉਹ ਸਾਰੇ ਜੋ ਵੀ ਮਹਾਰਾਜ ਜੀ ਨੂੰ ਮਿਲਦੀਆਂ ਸੀ ਭੇਟਾਂ, ਉਹ ਲਿਆ ਕੇ ਉਹ ਪ੍ਰਧਾਨ ਜੀ ਨੂੰ ਫੜਾ ਦਿੰਦੇ ਸੀ ਡੇਰੇ, ਦੇਵੀ ਚੰਦ ਜੀ ਨੂੰ। ਪ੍ਰਧਾਨ ਜੀ ਇੱਕ ਵੱਡੀ ਸਾਰੀ ਪੇਟੀ ਰੱਖੀ ਹੋਈ ਸੀ, ਉਹਦੇ 'ਚ ਜਮ੍ਹਾਂ ਕਰਦੇ ਰਹਿੰਦੇ ਸੀ। ਫਿਰ ਜਦੋਂ ਹਜ਼ੂਰ ਮਹਾਰਾਜ ਜੀ ਦਾ ਜਨਮ ਦਿਹਾੜਾ ਜਾਂ ਜਦੋਂ ਕ੍ਰਿਸਮਸ ਆਉਂਦੀ ਸੀਗੀ, ਅਤੇ ਉਦੋਂ ਸੰਗਤਾਂ ਸਾਰੀਆਂ ਮਤਲਬ ਕਿ ਡੇਰੇ ਆਉਂਦੀਆਂ ਸੀ। ਕ੍ਰਿਸਮਸ 'ਤੇ ਵੀ ਲੋਕ ਆਪਣੇ ਘਰਾਂ 'ਚ ਕ੍ਰਿਸਮਸ ਨਹੀਂ ਮਨਾਉਂਦੇ ਸੀ, ਡੇਰੇ 3-3 ਦਿਨ ਆ ਕੇ ਇੱਥੇ ਰਹਿਣਾ, ਮਹਾਰਾਜ ਜੀ ਨੇ ਵੀ ਇੱਥੇ ਰਹਿਣਾ, ਸਤਸੰਗ ਹੋਣੇ, ਕੀਰਤਨ ਹੋਣੇ, ਸਵਾਲ ਜਵਾਬ ਹੋਣੇ। ਲੋਕਾਂ ਦਾ ਜਾਣ ਨੂੰ ਦਿਲ ਹੀ ਨਹੀਂ ਕਰਦਾ ਹੁੰਦਾ ਸੀਗਾ। ਇਹ ਹੈ ਦਾਤਾ। ਜਦੋਂ ਪਿਆਰ ਹੋ ਜਾਂਦਾ ਨਾ, ਕਹਿੰਦੇ ਉਦੋਂ ਫਿਰ ਹੋਰ ਕੁਛ ਨਜ਼ਰ ਨਹੀਂ ਆਉਂਦਾ। ਉਦੋਂ ਕਹਿੰਦੇ ਤੂੰ ਤੇ ਮੈਂ। ਉਹ ਕਹਿੰਦੇ ਨਹੀਂ ਕਿ ਪ੍ਰੀਤਮ ਅੱਜ ਦਿਲ ਖੁਸ਼ ਤਾਂ ਹੋਵੇ, ਇੱਕ ਤੂੰ ਹੋਵੇਂ ਤੇ ਇੱਕ ਮੈਂ ਹੋਵਾਂ, ਕਿਤੇ ਵੱਖਰੀ ਜਿਹੀ ਕੋਈ ਥਾਂ ਹੋਵੇ। ਕਿ ਜਦੋਂ ਪ੍ਰੀਤਮ ਨਾਲ ਗੱਲ ਹੋਵੇ, ਜਦੋਂ ਰੱਬ ਦੇ ਨਾਲ ਤੁਸੀਂ ਗੱਲ ਕਰਨੀ, ਜੇ ਰੱਬ ਦੇ ਵਾਸਤੇ ਬਹਿਣਾ, ਉਦੋਂ ਵਿੱਚ ਤੀਸਰਾ ਕੋਈ ਨਹੀਂ ਆਉਣਾ ਚਾਹੀਦਾ। ਉਦੋਂ ਉਹ ਤੇ ਤੁਸੀਂ। ਜਿਸ ਤਰ੍ਹਾਂ ਕਿਸੇ ਨੇ ਪੁੱਛਿਆ ਕਿ ਜੀ ਜਿਹੜਾ ਸਿਮਰਨ ਹੈ 2 ਤੋਂ 2:15 ਵਜੇ ਹੀ ਕਰਨਾ ਜ਼ਰੂਰੀ ਹੈ, ਨਹੀਂ। ਉਹ ਤੇ ਇੱਕ ਮਹਾਰਾਜ ਜੀ ਨੇ ਆਪ ਸਭ ਨੂੰ, ਸਾਨੂੰ ਸਭ ਨੂੰ ਇੱਕ ਮਿੱਥਿਆ ਟਾਈਮ ਦਿੱਤਾ ਕਿ ਤੁਸੀਂ ਇਸ ਟਾਈਮ 'ਤੇ ਕਰ ਸਕਦੇ ਹੋ। ਅਤੇ ਆਪਾਂ ਕੀ ਕਰੀਦਾ, 2 ਤੋਂ 15 ਦੇਖਣਾ, ਜੇ 2 ਮਿੰਟ ਰਹਿੰਦੇ ਆ, ਇਹ 2 ਮਿੰਟ ਰਹਿੰਦੇ ਆ, ਉਦੋਂ ਸ਼ੁਰੂ ਕਰਾਂਗੇ, ਅਤੇ 15 ਮਿੰਟ ਹੁੰਦੇ ਹੀ ਆ ਨਾਲੇ ਉੱਠ ਕੇ ਬਹਿ ਜਾਂਦੇ। ਅਤੇ ਜਦੋਂ ਅਸੀਂ ਮੰਗਦੇ ਹਾਂ, ਕਦੀ ਇਹ ਸੋਚਿਆ ਕਿ ਵੀ ਅਸੀਂ ਕਿੰਨੀਆਂ ਕੁ ਮੰਗੀਆਂ, ਕੋਈ ਲਿਮਿਟ ਹੁੰਦੀ ਉਦੋਂ ਤਾਂ ਖੁੱਲ੍ਹਾ ਹੀ ਮੰਗਦੇ ਹਾਂ। ਪਰ ਜਦੋਂ ਉਹਦਾ ਸਿਮਰਨ ਕਰਨਾ, ਉਦੋਂ ਟਾਈਮ ਦੀ ਲਿਮਿਟ ਦੇਖਦੇ ਹਾਂ। ਸੋ ਉਹ ਕਹਿੰਦੇ ਸੀ ਕਿ ਨਹੀਂ, ਉਹ ਘੜੀ ਭਾਵੇਂ 5 ਮਿੰਟ, ਜਦੋਂ ਤੂੰ ਤੇ ਮੈਂ
ਤੇਰੇ ਮੇਰੇ ਵਿੱਚ ਹੋਰ ਕੋਈ ਨਾ ਹੋਵੇ, ਫਿਰ ਉਹ 5 ਮਿੰਟ ਜਿਹੜੇ ਆ 5 ਜਨਮਾਂ ਦੇ ਬਰਾਬਰ ਮੈਂ ਕਰ ਦਾਂਗਾ। ਉਹ 5 ਮਿੰਟ ਜਿਹੜੇ ਆ 5 ਜਨਮਾਂ ਦੇ ਬਰਾਬਰ। ਸੋ ਜੇ 5 ਦਿਨ ਬੈਠ ਕੇ ਵੀ ਧਿਆਨ ਉੱਧਰ ਨਹੀਂ ਗਿਆ, ਖੱਬੇ ਸੱਜੇ ਲੈਫਟ ਰਾਈਟ ਹੁੰਦਾ ਗਿਆ, ਤੇ ਉਹ ਬੇਕਾਰ ਆ। ਸੋ ਇਸ ਲਈ ਉਹ ਕਹਿੰਦੇ ਜਦੋਂ ਤੁਸੀਂ ਮੇਰੇ ਨਾਲ ਇੰਟਰੈਕਟ ਹੋਣਾ ਨਾ, ਫਿਰ 1 to 1, ਫਿਰ ਤੁਸੀਂ ਤੇ ਮੈਂ ਹੀ ਹੋਣਾ ਚਾਹੀਦਾ। ਉਸ ਵੇਲੇ ਦੂਸਰੀ ਸੋਚ ਤੇ ਦੂਸਰੀ ਗੱਲ ਨਹੀਂ ਹੋਣੀ ਚਾਹੀਦੀ। ਤੇ ਇਸ ਲਈ ਸਿਮਰਨ ਜਦੋਂ ਮਰਜ਼ੀ ਕਰੋ, ਪਰ ਕਰੋ ਜਦੋਂ ਅੰਦਰੋਂ ਤੁਹਾਡੇ ਭੁੱਖ ਲੱਗੀ ਹੈ। ਜਦੋਂ ਅੰਦਰੋਂ ਭੁੱਖ ਲੱਗੀ ਹੁੰਦੀ ਹੈ ਨਾ, ਤੇ ਉਦੋਂ ਜੋ ਵੀ ਹੱਥ 'ਚ ਆਉਂਦਾ ਅਸੀਂ ਦਵਾ ਦਵ ਖਾ ਕੇ ਢਿੱਡ ਭਰ ਲੈਂਦੇ। ਇਹ ਵੀ ਨਹੀਂ ਦੇਖਦੇ ਲੂਣ ਘੱਟ ਸੀ, ਇਹ ਵੀ ਨਹੀਂ ਦੇਖਦੇ ਠੰਡਾ ਆ, ਢਿੱਡ ਭਰ ਲਿਆ, ਕਿਉਂਕਿ ਅੰਦਰ ਭੁੱਖ ਲੱਗੀ ਹੈ। ਇਸ ਤਰ੍ਹਾਂ ਹੀ ਜਦੋਂ ਅੰਦਰ ਭੁੱਖ ਲੱਗੇ, ਉਦੋਂ ਦਾਤੇ ਦੇ ਨਾਲ ਬੈਠੋ, ਉਦੋਂ ਦਾਤੇ ਦੇ ਨਾਮ ਨਾਲ ਬੈਠਿਆ, ਫਿਰ ਦੇਖੋ ਕਿ ਤੁਹਾਡਾ ਧਿਆਨ ਹੋਰ ਪਾਸੇ ਜਾਏਗਾ ਹੀ ਨਹੀਂ। ਸੋ ਜਦੋਂ ਮਹਾਰਾਜ ਜੀ ਇੱਥੇ ਆਪਣਾ ਕ੍ਰਿਸਮਸ ਹੁੰਦੀ ਸੀਗੀ ਤੇ ਜਨਮ ਦਿਨ ਹੁੰਦਾ ਸੀ, ਉਸ ਦਿਨ ਫਿਰ ਮਹਾਰਾਜ ਜੀ ਕੀ ਕਰਦੇ ਸੀ ਕਿ ਪ੍ਰਧਾਨ ਜੀ ਨੂੰ ਕਹਿੰਦੇ ਸੀ, ਪ੍ਰਧਾਨ ਜੀ ਲੈ ਆਓ ਹੁਣ ਖਜ਼ਾਨਾ ਖੋਲੋ। ਫਿਰ ਜੋ ਵੀ ਮਹਾਰਾਜ ਜੀ ਨੂੰ ਸਾਰੇ ਸਾਲ ਦਾ ਮਿਲਿਆ ਹੁੰਦਾ ਸੀ ਸੇਵਕਾਂ ਕੋਲੋਂ, ਸੋਨਾ ਚਾਂਦੀ, ਜੋ ਵੀ ਹੀਰੇ ਜਵਾਹਰਾਤ, ਕੱਪੜੇ ਲੀੜੇ, ਕੁਛ ਵੀ, ਉਹ ਮਹਾਰਾਜ ਜੀ ਫਿਰ ਸਾਰਾ ਸੰਗਤ 'ਚ ਵੰਡ ਦਿੰਦੇ ਸੀ, ਬੁਲਾ ਬੁਲਾ ਕੇ ਉਹਨਾਂ ਨੂੰ ਦੇ ਦਿੰਦੇ ਹੁੰਦੇ ਸੀ। ਇਹ ਦੇਖ ਲਓ, ਇਹ ਸਾਡਾ ਹਜ਼ੂਰ। ਔਰ ਕਦੀ ਵੀ ਮਹਾਰਾਜ ਜੀ ਨੇ ਆਪਣੇ ਜੇਬ ਵਿੱਚ ਪੈਸੇ ਨਹੀਂ ਰੱਖੇ। ਮਹਾਰਾਜ ਦੀ ਪੋਕਟ 'ਚ ਕਦੀ ਪੈਸੇ ਨਹੀਂ ਹੁੰਦੇ ਸੀਗੇ, ਕਦੀ ਨਹੀਂ ਰੱਖੇ ਉਹਨਾਂ ਨੇ। ਇਹਦੀ ਇੱਕ ਹੋਰ ਮਿਸਾਲ ਤੁਹਾਨੂੰ ਦਿੰਦਾ। ਕੀ ਹੋਇਆ ਕਿ ਇੱਕ ਵਾਰੀ ਮਹਾਰਾਜ ਜੀ ਕਹਿੰਦੇ ਚਲੋ ਚਲੀਏ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜੇ ਨਾਲ ਰਹਿੰਦੇ ਆ ਉਹਨਾਂ ਵਾਸਤੇ ਮਹਾਰਾਜ ਸੋਚਦੇ ਹੁੰਦੇ ਸੀ ਕਿ ਯਾਰ ਮੈਂ ਤੇ ਇੱਕ ਅਲੱਗ ਬੰਦਾ, ਮੈਨੂੰ ਤਾਂ ਕੋਈ ਦੁਨੀਆ ਦਾ ਨਹੀਂ ਹੈਗਾ, ਪਰ ਇਹ ਜਿਹੜੇ ਨਾਲ ਆਏ 24 ਘੰਟੇ ਮੁਸ਼ਕਲ ਹੈ, ਅਤੇ ਇਹਨਾਂ ਨੂੰ ਦੁਨੀਆਦਾਰੀ ਦੀਆਂ ਚੀਜ਼ਾਂ ਸਤਾਉਂਦੀਆਂ। ਅਤੇ ਕਦੀ ਅਸੀਂ ਪੀਜ਼ਾ ਹਟ ਚੱਲ ਜਾਣਾ, ਕਹਿੰਦਾ ਚਲੋ ਪੀਜ਼ਾ ਖਾਣ ਚਲੀਏ। ਇੱਕ ਵਾਰੀ ਅਸੀਂ ਪੀਜ਼ਾ ਖਾਣ ਚਲੇ ਗਏ, ਸਾਰੇ ਜਣੇ ਚਲੇ ਗਏ ਪੀਜ਼ਾ ਖਾ ਲਿਆ, ਓਕੇ ਜੀ ਚਲੀਏ, ਪੈਸੇ ਦਿਓ ਜੀ। ਹੁਣ ਸਾਰੇ ਤਾਂ ਕਹਿੰਦੇ ਮਹਾਰਾਜ ਜੀ ਨਾਲ ਗਏ ਪੀਜ਼ਾ ਖਾਣ, ਕਿ ਪੈਸੇ ਤੇ ਮਹਾਰਾਜ ਜੀ ਦੇਣਗੇ, ਤੇ ਮਹਾਰਾਜ ਜੀ ਨੇ ਜੇਬ 'ਚ ਕਦੀ ਪੈਸਾ ਨਹੀਂ ਰੱਖਿਆ ਸੀ। ਬਾਕੀ ਜਿਹੜੇ ਅਸੀਂ ਨਾਲ ਸੀ ਉਹ ਸਾਰੇ ਨਿਹੰਗ ਸੀ, ਕਿਉਂਕਿ ਡੇਰੇ ਕੰਮ ਕਰਨਾ, ਡੇਰੇ ਮਹਾਰਾਜ ਨਾਲ ਰਹਿਣਾ, ਤੇ ਪੈਸਾ ਜੇਬ 'ਚ ਕਿੱਥੇ ਸੀਗਾ, ਪੈਸਾ ਹੁੰਦਾ ਹੀ ਨਹੀਂ ਸੀਗਾ। ਤੇ ਉੱਥੇ ਇਹ ਹਾਲ ਹੋਇਆ, ਉਹਨੂੰ ਕਿਹਾ ਬਿੱਲ ਦਿਓ, ਉਹ ਉਹਦੇ ਵੱਲ ਦੇਖੇ, ਉਹ ਉਹਦੇ ਵੱਲ ਦੇਖੇ, ਉਹ ਉਹਦੇ ਵੱਲ ਦੇਖੇ, ਉਹ ਉਹਦੇ ਵੱਲ ਦੇਖੇ। ਸੋ ਕਿਸੇ ਦੀ ਜੇਬੀ 'ਚ ਪੈਸੇ ਨਹੀਂ ਸੀਗੇ। ਤੇ ਮੇਰਾ ਖਿਆਲ ਉਸ ਤੋਂ ਬਾਅਦ ਫਿਰ ਡੇਰਿਓਂ ਪੈਸੇ ਮੰਗਾਏ ਤੇ ਉੱਥੇ ਪੈਸੇ ਦੇ ਦਿੱਤੇ। ਇਹ ਨਹੀਂ ਕਿ ਮਹਾਰਾਜ ਜੀ ਨੂੰ ਪਤਾ ਨਹੀਂ ਸੀ, ਮਹਾਰਾਜ ਨੂੰ ਸਭ ਪਤਾ ਸੀ। ਉਹ ਸਿਰਫ ਸਾਨੂੰ ਕੁਝ ਚੀਜ਼ਾਂ ਦਾ ਸਬਕ ਦੇਣ ਵਾਸਤੇ ਕਰਦੇ ਆ। ਇਹਦੇ ਪਿੱਛੇ ਬਹੁਤ ਵੱਡਾ ਰਾਜ ਸੀ, ਕਿ ਕਿਸੇ ਵੇਲੇ ਤੁਹਾਨੂੰ ਦੱਸਾਂ, ਕੋਈ ਸਾਨੂੰ ਨਾ ਸਿਖਾਉਂਦੇ ਆ ਦੁਨੀਆਦਾਰੀ ਦੀਆਂ ਚੀਜ਼ਾਂ। ਨਹੀਂ ਤਾਂ ਉਹਨਾਂ ਨੂੰ ਜਦੋਂ ਤੁਹਾਡੇ ਅੰਦਰ ਦੀ ਜਾਣਦੇ ਆ ਤਾਂ ਉਹਨਾਂ ਨੂੰ ਪਤਾ ਨਹੀਂ ਕਿ ਵੀ ਇੱਥੇ ਪੈਸੇ ਵੀ ਚਾਹੀਦੇ ਆ। ਸੋ ਜਾਨੀ ਜਾਣ ਕਿ ਆਦਮੀ ਬੇਵੱਸ ਹੋ ਜਾਂਦਾ ਪਿਆਰ ਨਾਲ। ਜਦੋਂ ਪਿਆਰ ਛਲਕਦਾ ਨਾ, ਉਦੋਂ ਆਦਮੀ ਬੇਵੱਸ ਹੋ ਜਾਂਦਾ। ਦਾਤੇ ਨੇ, ਮਹਾਰਾਜ ਜੀ ਨੇ ਇੰਨਾ ਪਿਆਰ ਇੱਥੇ ਵੰਡ ਛੜਿਆ। ਅਸੀਂ ਕੀ ਕਰਦੇ ਹਾਂ ਕਿ ਸਾਡੇ ਬੱਚਿਆਂ ਨਾਲ ਪਿਆਰ, ਸਾਡੇ ਰਿਸ਼ਤੇਦਾਰਾਂ ਨਾਲ ਪਿਆਰ, ਸਾਨੂੰ ਦੂਸਰੇ ਦਾ ਪਿਆਰ ਜਾਗਦਾ ਹੀ ਨਹੀਂ। ਪਰ ਉਹਨਾਂ ਨੇ ਇੰਨੇ ਸਾਲ ਇੱਥੇ ਰਹਿ ਕੇ ਕਦੀ ਨਹੀਂ ਇਹ ਕਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਟਿਕਟ ਦੇ ਕੇ ਇੱਥੇ ਮੰਗਾ ਲਾਂ, ਆਪਣੇ ਮੰਮੀ ਡੈਡੀ ਨੂੰ ਟਿਕਟ ਭੇਜ ਕੇ ਇੱਥੇ ਮੰਗਾ ਲਾਂ ਕਿ ਮੈਂ ਇੱਥੇ ਰਹਿੰਦਾ ਪਿਆ, ਮੈਂ ਤਾਂ ਨਹੀਂ ਜਾ ਸਕਦਾ, ਉਹ ਆ ਸਕਦੇ ਨੇ। ਨਹੀਂ, ਉਹਨਾਂ ਨੇ ਦਿੱਤੀ। ਸਾਡੇ ਵਰਗਿਆਂ ਨੂੰ ਬੁਲਾਇਆ ਇੱਥੇ ਡੇਰੇ 'ਚ। ਕਿੰਨੀਆਂ ਆਪਣੀਆਂ ਗੁੱਡੀਆਂ, ਉਹਨਾਂ ਦਾ ਵਿਆਹ ਕੀਤਾ ਇੱਥੇ, ਅਤੇ ਕੀ ਉਹ ਆਪਣੇ ਪਰਿਵਾਰ ਤਾਂ ਨਹੀਂ ਕਰ ਸਕਦੇ ਸੀ? ਨਹੀਂ, ਉਹ ਕਹਿੰਦੇ ਸੀ ਮੈਂ ਸੰਗਤ ਦਾ, ਮੈਨੂੰ ਦਾਤੇ ਨੇ ਆਪ ਜੀ ਦੀ ਡਿਊਟੀ ਕਰਨ ਵਾਸਤੇ ਭੇਜਿਆ। ਠੀਕ ਹੈ,
ਉਹਨਾਂ ਦੀ ਲੁੱਕ ਆਫਟਰ ਉਹ ਆਪ ਕਰੇਗਾ। ਮੈਨੂੰ ਉਹਨੇ ਤੁਹਾਡੀ ਲੁੱਕ ਆਫਟਰ ਕਰਨ ਵਾਸਤੇ ਭੇਜਿਆ। ਸੋ ਮੈਨੂੰ ਇਹ ਡਰ ਹੁੰਦਾ ਹੈ ਕਿ ਮੇਰੇ ਕੋਲੋਂ ਕੋਈ ਕਮੀ ਨਾ ਰਹਿ ਜੇ ਉਹਦੀ ਡਿਊਟੀ ਦੇ ਵਿੱਚ, ਕਿ ਆਪ ਲੋਕਾਂ ਦੇ ਕਿਸੇ ਕੀ ਕਹਿੰਦੇ ਆ ਕਿ ਅਹ, ਕਿਸੇ ਕਾਰਜ ਦੀ ਕੋਈ ਕਮੀ ਨਾ ਰਹਿ ਜੇ। ਹਰ ਇੱਕ ਦਾ ਵਿਆਹ ਉਹਨਾਂ ਨੇ ਆਪ ਕੀਤਾ, ਆਪ ਖਰਚੇ ਕੀਤੇ। ਨਹੀਂ ਤੇ ਉਹ ਜਦੋਂ ਮਰਜ਼ੀ ਬੁਲਾ ਸਕਦੇ ਸੀ, ਜਿਹਨੂੰ ਮਰਜ਼ੀ ਬੁਲਾ ਸਕਦੇ ਸੀ, ਉਹਨਾਂ ਨੇ ਨਹੀਂ ਬੁਲਾਇਆ। ਸੋ ਇਹ ਫਿਰ ਮਹਾਰਾਜ ਜੀ ਅਕਤੂਬਰ ਦੇ ਵਿੱਚ 1987 ਕੁਛ ਦਿਨ ਮਹਾਰਾਜ ਜੀ ਯੂਨੀਫਾਰਮ ਪਾ ਲੈਂਦੇ ਸੀ, ਤਿਆਰ ਹੋ ਜਾਂਦੇ ਸੀ, ਪਰ ਸ਼ੂਜ਼ ਨਹੀਂ ਪਾਉਂਦੇ ਸੀਗੇ। ਪਤਾ ਨਹੀਂ ਕਿਉਂ, ਠੰਡ ਦਾ ਟਾਈਮ ਹੁੰਦਾ ਸੀਗਾ, ਵਜਰੀ ਚੁੱਭਦੀ ਹੁੰਦੀ ਸੀ, ਪਰ ਮਹਾਰਾਜ ਜੀ ਨੰਗੇ ਪੈਰੀ, ਮੇਰੇ ਖਿਆਲ ਵੀਕ 10 ਦਿਨ, ਮੈਨੂੰ ਜ਼ਿਆਦਾ ਨਹੀਂ ਪੱਕਾ ਨਹੀਂ ਪਤਾ, ਪਰ ਮਹਾਰਾਜ ਜੀ ਨੰਗੇ ਪੈਰੀ ਰਹੇ। ਉਹ ਕਿਹਨੂੰ ਸਜ਼ਾ ਦੇ ਰਹੇ ਸੀ, ਕਿਹਦਾ ਕਸ਼ਟ ਕੱਟ ਰਹੇ ਸੀ, ਪਤਾ ਨਹੀਂ ਕਿਉਂ। ਜਦੋਂ ਦਾ ਉਹਨਾਂ ਨੇ ਸੁਣਿਆ ਸੀ ਕਿ ਲੋਨੀ ਦਰਬਾਰ ਨਹੀਂ ਮਿਲਿਆ ਤੇ ਮੈਨੂੰ ਕਿਹਾ ਉਹ ਮਿਲ ਗਿਆ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮਨ ਨਾ ਹੋਰ ਤਰ੍ਹਾਂ ਹੋ ਗਿਆ ਸੀ। ਕਿ ਉਸ ਤੋਂ ਬਾਅਦ ਆਪ ਜੀ ਫੋਟੋਆਂ ਕਈ ਦੇਖਣਾ ਤੇ ਇੱਥੇ ਕਾਲੇ ਕਾਲੇ ਮਹਾਰਾਜ ਜੀ ਦੇ ਨਾਲ ਦਾਗ ਪਏ ਹੋਏ ਆ, ਤੇ ਫੇਸ ਵੀ ਆਪ ਜੀ ਦੇਖਣਾ ਕਿ 87 ਅਗਸਤ ਤੋਂ ਬਾਅਦ ਆਪ ਜੀ ਦੇਖਣਾ ਕਿ ਵੀ ਉਹਨਾਂ ਦੀ ਏਜ ਵੀ ਅੱਗੇ ਨਾਲੋਂ ਕਿੰਨੀ ਜ਼ਿਆਦਾ ਲੱਗਣ ਲੱਗ ਪਈ ਸੀ। ਉਹ ਕਿਹੜਾ ਗਮ ਸੀਗਾ, ਉਹ ਦਾਤਾ ਜਾਣਦਾ। ਉਹਨਾਂ ਦਾ ਬਹੁਤ ਮਨ ਸੀਗਾ ਕਿ ਮੈਂ ਇੰਡੀਆ ਜਾਣਾ, ਮੈਂ ਸੰਗਤ ਨੂੰ ਮਿਲਣਾ, ਮੈਂ ਸੰਗਤ ਨੂੰ ਮਿਲਣਾ, ਮੇਰੀ ਸੰਗਤ ਨੂੰ ਮਿਲਣਾ, ਮੈਂ ਉਹਨਾਂ ਸੇਵਕਾਂ ਨੂੰ ਮਿਲਣਾ ਜਿਨ੍ਹਾਂ ਨੇ ਮੇਰੇ ਵਾਸਤੇ ਨਹੀਂ ਘਾਲਣਾ ਖਾਲੀ। ਕਿ ਲੋਨੀ ਦਰਬਾਰ ਦੇ ਵਿੱਚ ਕਿੰਨੀਆਂ ਫੈਮਲੀਆਂ ਸੀਗੀਆਂ ਜਿਹੜੀਆਂ ਜਦੋਂ ਨਿਕਲੀਆਂ ਨੰਗੇ ਪੈਰੀ, ਬੱਚਿਆਂ ਦੇ ਤਨ 'ਤੇ ਕੱਪੜੇ ਨਹੀਂ ਸੀਗੇ, ਕਿਤੇ ਪੁਲਿਸ ਥਾਣੇ 'ਚ, ਕਦੇ ਸਕੂਲਾਂ 'ਚ, ਕਾਲਜਾਂ 'ਚ, ਕਿੱਥੇ ਕਿੱਥੇ ਉਹ ਰੁਲਦੇ ਰਹੇ। ਇਹ ਸਭ ਮਹਾਰਾਜ ਨੂੰ ਪਤਾ ਇੱਥੇ। ਔਰ ਉਹ ਚਾਹੁੰਦੇ ਸੀ ਕਿ ਮੈਂ ਇੰਡੀਆ ਜਾਣਾ, ਮੈਂ ਉਹਨਾਂ ਨੂੰ ਮਿਲਣਾ, ਕਿ ਉਹ ਧੰਨ ਨੇ ਕਿ ਜਿਨ੍ਹਾਂ ਨੇ ਮੇਰੇ ਵਾਸਤੇ ਇੰਨਾ ਕੀਤਾ। ਉਹ ਸਾਰੇ ਚਾਹੁੰਦੇ ਤੇ ਆਪਣੇ ਘਰਾਂ 'ਚ ਜਾ ਸਕਦੇ ਸੀ। ਮਹਾਰਾਜ ਜੀ ਦਾ ਬਹੁਤ ਮਨ ਸੀ ਜਾਣਾ, ਪਰ ਇੰਡੀਆ ਤੋਂ ਇਹ ਆਉਂਦਾ ਸੀ ਕਿ ਅਜੇ ਉੱਥੇ ਜਗ੍ਹਾ ਨਹੀਂ ਹੈਗੀ ਜੀ, ਥੋੜ੍ਹੀ ਦੇਰ ਹੋਰ ਠਹਿਰ ਜਾਓ। ਔਰ ਕਈ ਇਹ ਵੀ ਆਇਆ ਸੁਣਨ 'ਚ ਕਿ ਜੀ ਉੱਥੇ ਕੋਈ ਪ੍ਰੋਬਲਮ ਹੈ, ਤੁਸੀਂ ਆਏ ਤੇ ਆਹ ਹੋ ਜਾਏਗਾ, ਉਹ ਹੋ ਜਾਏਗਾ। ਤੇ ਜ਼ਿਆਦਾ ਇਹੋ ਕਿਹਾ ਜਾਂਦਾ ਸੀ ਕਿ ਸੰਗਤ ਚਾਹੁੰਦੀ ਹੈ ਕਿ ਵੱਡਾ ਸਾਰਾ ਦਰਬਾਰ ਹਜੇ ਲੋਨੀ ਅੱਜ ਮਿਲ ਜਾਣਾ, ਕੱਲ੍ਹ ਮਿਲ ਜਾਣਾ, ਅੱਜ ਮਿਲ ਜਾਣਾ, ਕੱਲ੍ਹ ਮਿਲ ਜਾਣਾ। ਇਸ ਕਰਕੇ ਮਹਾਰਾਜ ਜੀ ਨਹੀਂ ਗਏ। ਇਹ ਨਹੀਂ ਕਿ ਮਹਾਰਾਜ ਜੀ ਨੂੰ ਇੰਡੀਆ ਜਾਣਾ ਪਸੰਦ ਨਹੀਂ ਸੀ ਤਾਂ ਮਹਾਰਾਜ ਜੀ ਇੱਥੇ ਬਹਿ ਗਏ। ਬਹੁਤ ਸੇਵਕ ਇਹੋ ਹੀ ਸੋਚਦੇ ਕਿ ਉਹ ਇੰਗਲੈਂਡ ਜਾ ਕੇ ਬੈਠ ਗਏ, ਪਰ ਇੱਥੇ ਬੈਠ ਕੇ ਜਿੰਨਾ ਉਹ ਰੋਏ ਨੇ, ਉਹ ਜਿੰਨਾ ਉਹਨਾਂ ਨੇ ਕੰਮ ਕੀਤਾ, ਸਰੀਰ ਇੱਥੇ ਸੀ ਪਰ ਉਹਨਾਂ ਦੀ ਹਰ ਵੇਲੇ ਦੀ ਜਿਹੜੀ ਯਾਦ ਟਿਕਟਕੀ ਸੀ ਇੰਡੀਆ ਦੇ ਵੱਲ ਸੀਗੀ। ਪਰ ਫਿਰ ਵੀ ਉਹਨਾਂ ਨੇ ਕਿਸੇ ਨੂੰ ਜ਼ਾਹਰ ਨਹੀਂ ਹੋਣ ਦਿੱਤਾ, ਸ਼ੋਅ ਨਹੀਂ ਹੋਣ ਦਿੱਤਾ। ਪਰ ਐਂਡ ਤੇ ਜੋ ਉਹਨਾਂ ਨੂੰ ਪੇਨ ਹੋਈ, ਜੋ ਉਹਨਾਂ ਨੇ ਇਸ ਦਰਦ ਮਹਿਸੂਸ ਕੀਤਾ, ਜੋ ਮੈਂ ਮਹਿਸੂਸ ਕਰਦਾ ਕਿ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਮੇਰੇ ਬੰਦਿਆਂ ਨੇ ਮੈਨੂੰ ਸਹੀ ਦੱਸਿਆ ਨਹੀਂ, ਮੈਂ ਵਿਸ਼ਵਾਸ ਕੀਤਾ ਪਰ ਮੈਨੂੰ ਸਹੀ ਨਹੀਂ ਗਾਈਡੈਂਸ ਦਿੱਤੀ। ਕਿਉਂ ਲੋਨੀ ਦਰਬਾਰ ਮਿਲ ਗਿਆ, ਪਰ ਲੋਨੀ ਦਰਬਾਰ ਨਹੀਂ ਮਿਲਿਆ ਸੀ। ਇਸ ਲਈ ਲਾਸਟ ਦਿਨ ਤੇ ਉਹਨਾਂ ਨੇ ਮਿਸਿਸ ਸੇਠੀ ਜੋ ਲੰਡਨ ਨੇ, ਉਹਨਾਂ ਨੂੰ ਫੋਨ ਕੀਤਾ ਸੀ ਤੇ ਉਦੋਂ ਉਹਨਾਂ ਨੇ ਕਿਹਾ ਵੀ ਕਿ ਵੀ ਤੁਸੀਂ ਗੌਰਮੈਂਟ ਦੇ ਨਾਲ ਅਪਰੋਚ ਕਰੋ, ਉਹਨਾਂ ਨੂੰ ਕਹੋ ਕਿ ਸਾਡਾ ਦਰਬਾਰ ਸਾਨੂੰ ਦੇ ਦਿਓ, ਕਿ ਅਸੀਂ ਕੀ ਉਹ ਕੀਤਾ ਕਿ ਜਿਹੜਾ ਸਾਨੂੰ ਸਾਡਾ ਲੋਨੀ ਦਰਬਾਰ ਨਹੀਂ ਦਿੰਦੇ। ਔਰ ਉਹਨੇ ਕਿਹਾ ਕਿ ਤੁਸੀਂ ਪਲੀਜ਼ ਕੁਛ ਕਰੋ। ਤੇ ਉਹਨਾਂ ਨੂੰ ਦੇਖੋ, ਇੰਨੀ ਰਹਿਮਤ ਦੇ ਮਾਲਕ, ਇੰਨੀ ਪਾਵਰ ਦੇ ਮਾਲਕ, ਜੋ ਚਾਹੁੰਦੇ ਕਰ ਸਕਦੇ ਸੀ, ਪਰ ਉਹਨਾਂ ਨੇ ਕਦੀ ਵੀ ਇਸ ਮਸਲੇ 'ਚ ਉਹ ਤਾਕਤ ਯੂਜ਼ ਨਹੀਂ ਕੀਤੀ।
ਸੋ ਇਸ ਲਈ ਐਂਡ 'ਤੇ ਉਹਨਾਂ ਦੇ ਜੋ ਅੰਦਰ ਸੀ ਇਹੋ ਹੀ ਸੀ ਕਿ ਲਾਸਟ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਉਹ ਉਦਾਸ ਸੀਗੇ, ਅਤੇ ਹਮੇਸ਼ਾ ਮੈਂ ਕਦੀ ਉਦਾਸ ਵੈਸੇ ਹੀ ਕਿਸੇ ਪਾਸੇ ਬੈਠਾ ਹੁੰਦਾ ਸੀ ਤਾਂ ਉਹ ਚਪੇੜ ਮਾਰ ਕੇ ਕਹਿਣਾ ਕਿ ਦੇਖ ਕੀ ਸੋਚਿਆ ਪਿਆ, ਸੋਚਾਂ ਪਈਆਂ, ਇੱਕ ਤੇਰੀ ਕੁੜੀ ਹੈ, ਇਹ ਸੋਚਦਾ ਰਹਿੰਦਾ ਕਿ ਉਹਦਾ ਕੀ ਹੋਏਗਾ। ਕਹਿੰਦੇ ਚੱਲਿਆ ਸਾਰੇ ਕੰਮ ਜਿਹੜੇ ਤੇਰੇ ਨਾਨਕ ਨੇ ਕਰਨੇ ਆ। ਅਤੇ ਉਸ ਦਿਨ ਕੀ ਹੋਇਆ, ਨਵੰਬਰ ਦਾ ਇਹ ਦਿਹਾੜਾ ਮੇਰਾ 1 ਵੀਕ ਪਹਿਲੋਂ, ਥੋੜ੍ਹੇ ਦਿਨ ਪਹਿਲੋਂ ਮੈਨੂੰ ਇੱਕਦਮ ਆਇਆ ਕਿ ਮੈਨੂੰ ਕਹਿੰਦੇ ਰਹਿੰਦੇ ਆ ਅਤੇ ਅੱਜ ਮੈਂ ਕਹਿੰਦਾ ਕਿ ਮਹਾਰਾਜ ਜੀ ਇੱਦਾਂ ਬੈਠ ਕੇ ਕਾਫੀ ਦਿਨ ਇੱਦਾਂ ਰਹੇ, ਅਤੇ ਮੈਂ ਸੋਚਿਆ ਕੁਝ ਸੋਚਦੇ ਪਏ ਆ, ਅਤੇ ਮੈਂ ਕਿਹਾ ਕੀ ਗੱਲ ਜੀ ਕਿਹੜੀਆਂ ਸੋਚਾਂ ਪੈ ਗਈਆਂ। ਅਤੇ ਮੈਨੂੰ ਕਹਿੰਦੇ ਓਏ ਸੋਚਾਂ ਮੈਨੂੰ ਨਹੀਂ, ਸੋਚਾਂ ਤੈਨੂੰ ਪੈਂਦੀਆਂ। ਅਤੇ ਮੈਂ ਕਿਹਾ ਜੀ ਤੁਸੀਂ ਹੁਣ ਸੋਚਦੇ ਤਾਂ ਪਏ ਸੀ। ਉਹ ਕਹਿੰਦੇ ਮੈਂ ਤੁਹਾਡੇ ਵਾਸਤੇ ਸੋਚਦਾ ਕਿ ਮੇਰੇ ਜਾਣ ਤੋਂ ਬਾਅਦ ਤੁਹਾਡੇ ਲੋਕਾਂ ਦਾ ਕੀ ਹੋਏਗਾ। ਅਤੇ ਮੈਂ ਫਿਰ ਮਜ਼ਾਕ 'ਚ ਗੱਲ ਟਾਲ ਸਰੀ, ਮੈਂ ਕਿਹਾ ਜੀ ਕੀ ਹੋਏਗਾ। ਮੈਂ ਕਿਹਾ ਤੁਸੀਂ ਕਿਤੇ ਚਲੇ ਜਾਓਗੇ, ਜਦੋਂ ਵਾਪਸ ਆ ਜਾਓਗੇ ਤੁਹਾਨੂੰ ਆ ਕੇ ਸ਼ਿਕਾਇਤ ਕਰ ਦਾਂਗੇ। ਉਹ ਕਹਿੰਦੇ ਨਹੀਂ ਅਸੀਂ ਹੁਣ ਇੱਥੇ ਨਹੀਂ ਬੈਠੇ ਰਹਿਣਾ। ਅਤੇ ਮੈਂ ਕਿਹਾ ਜੀ ਤੁਸੀਂ ਕਿੱਥੇ ਜਾਣਾ। ਮੈਂ ਹਾਸੇ 'ਚ ਲੈਂਦਾ ਰਿਹਾ, ਮਹਾਰਾਜ ਜੀ ਸੀਰੀਅਸ ਸੀਗੇ। ਕਹਿੰਦੇ ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਆਪਣੇ ਪਿਤਾ ਦੀ ਗੋਦ ਦੇ ਵਿੱਚ ਜਾ ਕੇ ਆਨੰਦ ਮਾਣੀਏ। ਮੈਂ ਕੋਲ ਬੈਠਾ ਸੀਗਾ, ਫਿਰ ਸ਼ਰਾਰਤ ਸੂਝੀ, ਮੈਂ ਦਵਾ ਦਾ ਆਪਣਾ ਸਿਰ ਮਹਾਰਾਜ ਦੀ ਗੋਦੀ ਵਾਲੇ ਦਾ ਰੱਖ ਕੇ ਮੈਂ ਕਿਹਾ ਲਓ ਜੀ ਮੈਂ ਵੀ ਆਪਣੇ ਪਿਤਾ ਦੀ ਗੋਦ 'ਚ ਸਿਰ ਰੱਖ ਲਿਆ। ਅਤੇ ਮਹਾਰਾਜ ਜੀ ਕਹਿੰਦੇ ਓਏ ਪਰਾਂ ਆਓ, ਉੱਠ ਉੱਧਰੋਂ ਉੱਠ। ਮੈਂ ਕਿਹਾ ਕਹਿੰਦੇ ਨਹੀਂ। ਮੈਂ ਕਿਹਾ ਮਹਾਰਾਜ ਜੀ, ਕਹਿੰਦੇ ਨਹੀਂ 17 ਸਾਲ ਦੀ ਸਾਡੀ ਡਿਊਟੀ ਸੀ, ਸਰਵਿਸ ਸੀ, ਉਹ ਪੂਰੀ ਹੋ ਗਈ। ਫਿਰ ਮੈਂ ਮਜ਼ਾਕ 'ਚ ਮੈਂ ਕਿਹਾ ਮਹਾਰਾਜ ਜੀ ਲੋਕ ਐਕਸਟੈਂਡ ਕਰ ਲੈਂਦੇ ਆ, ਤੁਸੀਂ ਵਧਾ ਨਹੀਂ ਸਕਦੇ। ਕਹਿੰਦੇ ਨਹੀਂ, ਕਹਿੰਦੇ ਹੁਣ ਨਹੀਂ, ਕਹਿੰਦੇ ਕਿ ਇਹ ਜਿਹੜੇ ਲੋਕੀ ਹੈ ਇਹਨਾਂ ਨਹੀਂ ਸੁਧਰਨਾ, ਅਤੇ ਇਹਨਾਂ ਨੂੰ ਨਾਨਕ ਨਹੀਂ ਸੁਧਾਰ ਸਕਿਆ ਅਤੇ ਮੈਂ ਕੌਣ। ਸੋ ਹੁਣ ਨਹੀਂ, ਕਹਿੰਦੇ ਬਸ ਹੁਣ ਫੇਰ ਸੇ। ਸੋ ਉਸ ਤੋਂ ਬਾਅਦ ਮੈਨੂੰ ਇਹੋ ਹੀ ਲੱਗਿਆ ਲਾਸਟ 'ਚ, ਮੈਂ ਤਾਂ ਮਜ਼ਾਕ 'ਚ ਰਿਹਾ ਕਿ ਮਹਾਰਾਜ ਜੀ ਨੂੰ ਇਹ ਲੱਗ ਗਿਆ ਕਿ ਅਸੀਂ ਲੋਕਾਂ ਨੇ ਨਹੀਂ ਸੁਧਰਨਾ ਅਤੇ ਇਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੇ ਆਪ ਹੀ ਇਹ ਆਪਣਾ ਜੋ ਰੱਬ ਦੇ ਅੱਗੇ ਅਰਦਾਸ ਕਰਕੇ ਆਪਣਾ ਸਮਾਂ ਜਲਦੀ ਲੈਣ ਦਾ, ਨਹੀਂ ਤਾਂ ਹਜ਼ੂਰ ਮਹਾਰਾਜ ਜੀ ਨੇ ਅਜੇ ਨਹੀਂ, ਉਹਨਾਂ 23 ਦੇ ਵਿੱਚ ਜਾਣਾ ਸੀ ਕਿਹਾ ਸੀ, ਪਰ ਉਹਨਾਂ ਨੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਇਸ ਸਮੇਂ ਨੂੰ ਆਪਣੇ ਬਦਲਾ ਲਿਆ। ਸੋ ਅੱਜ ਦੇ ਲਈ ਇੰਨਾ ਹੀ। ਮੈਂ ਅੱਗੇ ਵੀ ਕਿਹਾ, ਹੁਣ ਵੀ ਕਹਿੰਦਾ, ਮੈਂ ਮਾਫੀ ਚਾਹੁੰਦਾ ਕਿ ਮੈਂ ਕੋਈ ਕਥਾਕਾਰ ਨਹੀਂ ਹਾਂ। ਮੈਂ ਆਪਣੀ ਹੱਡ ਬੀਤੀ ਤੁਹਾਨੂੰ ਦੱਸ ਰਿਹਾ, ਇਹਦੇ 'ਚ ਕੀ ਸੱਚਾਈ ਹੈ ਕਿੰਨੀ ਹੈ ਮੈਂ ਜਾਣਦਾ ਜਾਂ ਮਹਾਰਾਜ ਦਰਸ਼ਨ ਦਾਸ ਜਾਣਦੇ ਨੇ। ਅਗਰ ਕੋਈ ਮੈਂ ਗਲਤ ਕਿਹਾ ਇਹਦੇ ਵਿੱਚ ਤਾਂ ਮੈਂ क्षमा ਚਾਹੁੰਦਾ, ਅਤੇ ਆਸ ਹੈ ਕਿ ਉਹ ਸੱਜਣ, ਉਹ ਸੇਵਕ ਜਿਨ੍ਹਾਂ ਨੂੰ ਇਹ ਮੌਕਾ ਉਸ ਟਾਈਮ 'ਤੇ ਨਹੀਂ ਮਿਲਿਆ, ਇਹ ਜਰਨੀ ਨੂੰ ਦੇਖ ਕੇ, ਇਹਨੂੰ ਸੁਣ ਕੇ ਉਹਨਾਂ ਨੂੰ ਮਹਾਰਾਜ ਜੀ ਜ਼ਰੂਰ ਉਸ ਪਾਸੇ ਧਿਆਨ ਲਾਉਣਗੇ ਅਤੇ ਉਹ ਸਮਾਂ ਯਾਦ ਕਰਾਉਣਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਧੰਨ ਗੁਰੂ ਦਰਸ਼ਨ। ਜੇ ਤੂੰ ਨਾ ਮਿਲਦਾ ਅਸਾਂ ਰੁੱਲ ਜਾਣਾ ਸੀ, ਜੇ ਤੂੰ ਨਾ ਫੜਦਾ ਸਾਡੀ ਬਾਂਹ ਅਸਾਂ ਤੇ ਡੁੱਬ ਜਾਣਾ ਸੀ। ਧੰਨ ਦਰਸ਼ਨ।